ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤਬ ਸ਼੍ਰੀ ਗੁਰ ਨੇ ਬਚਨ ਬਖਾਨਾ। ਫਿਰ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਹਨ। ਖਪਨੀ ਜਾਨੋ ਖਪਨ ਸਮਾਨਾ। ਮਹਾਰਾਜ ਕਹਿੰਦੇ ਭਾਈ ਖਫਣੀ ਤਾਂ ਖਫਣ ਵਰਗੀ ਹੈ, ਤੇ ਖਫਣ ਪੈਂਦਾ ਕਿਹਦੇ ਤੇ ਹੈ? ਖਫਣ ਕਦੀ ਜਿਉਂਦਿਆਂ ਤੇ ਨਹੀਂ ਪੈਂਦਾ, ਖਫਣ ਤਾਂ ਮੁਰਦਿਆਂ ਉੱਪਰ ਪੈਂਦਾ ਹੈ। ਮੁਰਦਾ ਹੋਏ ਸੋ ਖਪਨੀ ਪਾਵੈ। ਜਿਹੜਾ ਮਰ ਗਿਆ ਉਹਦੇ ਉੱਪਰ ਖਫਣ ਪੈਂਦਾ ਹੈ, ਕਦੇ ਜਿਉਂਦਿਆਂ ਤੇ ਖਫਣ ਨਹੀਂ ਪੈਂਦੇ। ਜਿਹੜਾ ਮਰ ਗਿਆ ਉਹਦੇ ਉੱਪਰ ਇਹ ਖਫਣ ਪਾਇਆ ਗਿਆ। ਗੁਰੂ ਗੋਰ ਕੇ ਵਿੱਚ ਸਮਾਵੇ। ਤੇ ਫੇਰ ਕਿਤੇ ਜਾ ਕੇ ਜੇ ਕੋਈ ਮਰ ਗਿਆ ਤਾਂ ਉਹਨੂੰ ਜਾ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਢੋਈ ਨਸੀਬ ਹੋਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਵਿਸਥਾਰ ਸਹਿਤ ਜ਼ਿਕਰ ਭਾਈ ਗੁਰਦਾਸ ਸਾਹਿਬ ਜੀਆਂ ਨੇ ਇਹਨਾਂ ਪੰਕਤੀਆਂ ਦਾ ਕਹਿ ਲਈਏ ਜਾਂ ਇਸ ਪ੍ਰਕਰਣ ਦਾ ਕਹਿ ਲਈਏ, ਉਹਨਾਂ ਨੇ ਜ਼ਿਕਰ ਕੀਤਾ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਕਹਿੰਦੇ ਪਹਿਲਾਂ ਮਰਨਾ ਸਿੱਖ ਜੇ ਗੁਰੂ ਗੁਰ ਕੋਲ ਆਉਣਾ ਹੈ, ਗੁਰੂ ਰੂਪੀ ਕਬਰ ਕੋਲ ਜੇ ਆਉਣਾ ਹੈ। ਗੁਰੂ ਇੱਕ ਕਬਰ ਹੈ, ਕਬਰ ਨਿਰਲੋਭ ਹੈ, ਗੁਰੂ ਪੀ ਨਿਰਲੋਭ ਹੈ, ਉਹ ਸਮਦਰਸ਼ੀ ਹੈ। ਬੰਦਾ ਕੈਸੀ ਵੀ ਭਿਆਨਕ ਬਿਮਾਰੀ ਨਾਲ ਮਰਿਆ ਹੋਵੇ, ਜਿਹਨੂੰ ਕੋਈ ਥਾਂ ਨਾ ਦਵੇ, ਜਿਹਦੇ ਕੋਲ ਕੋਈ ਨਾ ਆਵੇ, ਬੰਦਾ ਮਰ ਗਿਆ ਉਹਨੂੰ ਮਰ ਕੇ ਕਬਰ ਵਿੱਚ ਜਾ ਕੇ ਦਫਨ ਕਰ ਆਏ। ਜਿਹਨੂੰ ਕੋਈ ਥਾਂ ਨਾ ਦਵੇ, ਕਬਰ ਉਹਨੂੰ ਥਾਂ ਦਿੰਦੀ ਹੈ। ਜਿਹਦਾ ਕੋਈ ਨਾ ਹੋਵੇ, ਗੁਰੂ ਵੀ ਉਹਨੂੰ ਥਾਂ ਦਿੰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਪੁੱਛ ਲਵੇ ਭਾਈ ਸਾਹਿਬ ਗੁਰੂ ਇੱਕ ਤੇ ਕਬਰ ਇੱਕ ਕਿਵੇਂ? ਬੰਦਾ ਕਿਸੇ ਭਿਅੰਕਰ ਬਿਮਾਰੀ ਦੇ ਨਾਲ ਮਰਿਆ ਹੋਵੇ, ਆਪਣੇ ਨੇੜੇ ਨਾ ਆਉਣ, ਉਹਨੂੰ ਕੋਈ ਜਾ ਕੇ ਦਾਹ ਸੰਸਕਾਰ ਨਾ ਕਰੇ, ਉਹਨੂੰ ਆਣ ਕੇ ਕਬਰ ਦੇ ਵਿੱਚ ਆਣ ਕੇ ਉਹਨੂੰ ਗੱਡ ਦਿੱਤਾ, ਉਹਨੂੰ ਉਸ ਥਾਂ ਤੇ ਦਫਨ ਕਰ ਦਿੱਤਾ, ਕੋਈ ਕੋਲ ਨਾ ਆਇਆ। ਤੇ ਗੁਰੂ ਰੂਪੀ ਕਬਰ ਵੀ ਐਸਾ ਜਿਹਦਾ ਕੋਈ ਵੀ ਸੰਸਾਰ ਵਿੱਚ ਨਹੀਂ, ਉਹ ਆਪਣੇ ਗੁਰੂ ਕੋਲ ਆਏ। ਗੁਰੂ ਵੀ ਨਿਮਾਣਿਆਂ ਨੂੰ, ਨਤਾਣਿਆਂ ਨੂੰ, ਪਾਪੀਆਂ ਨੂੰ ਮਾਲਕ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਢੋਈ ਦੇ ਦਿੰਦਾ ਹੈ। ਕੋਈ ਆਏ ਤਾਂ ਸਹੀ ਗੁਰੂ ਰੂਪੀ ਕਬਰ ਦੇ ਕੋਲ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਉਹ ਗੁਰੂ ਰੂਪੀ ਗੋਰ, ਗੁਰੂ ਰੂਪੀ ਕਬਰ ਦੇ ਕੋਲ ਆਣ ਕੇ ਬੇਨਤੀ ਕਰੇ, ਸਤਿਗੁਰੂ ਜੀ ਉਹਨੂੰ ਆਪਣੇ ਪਾਸ ਥਾਂ ਦਿੰਦੇ ਹਨ। ਤੇ ਮਹਾਰਾਜ ਜਿਹੜੇ ਮੁਰਦੇ ਨੇ, ਮੁਰਦਿਆਂ ਦੀਆਂ ਨਿਸ਼ਾਨੀਆਂ ਕੀ? ਜੇ ਕੋਈ ਸਿੱਖ ਆਪ ਜੀਆਂ ਦੇ ਕੋਲ ਆਏ, ਤਨ ਧਰਤੀ ਕਰ ਧਰਮਸ਼ਾਲ ਮਨ ਦੱਬ ਵਿਛਾਵੈ। ਪੌੜੀ ਵਿੱਚ ਜ਼ਿਕਰ ਕੀਤਾ, ਤਨ ਧਰਤੀ ਕਰ ਧਰਮਸ਼ਾਲ ਮਨ ਦੱਬ ਵਿਛਾਵੈ। ਆ ਪਹਿਲਾਂ ਚਲੋ ਹੁਣ ਤਾਂ ਸਮੇਂ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਪ੍ਰਾਤਨ ਸਮਿਆਂ ਦੇ ਅੰਦਰ ਧਰਮਸ਼ਾਲਾ ਦੇ ਅੰਦਰ ਬਹਿਣ ਵਾਸਤੇ ਜਿਵੇਂ ਕਿ ਸੁੱਕੀ ਪਰਾਲੀ ਰੱਖ ਲੈਂਦੇ ਹਾਂ, ਜੇ ਪ੍ਰਾਤਨ ਸਮਿਆਂ ਦੇ ਅੰਦਰ ਪਹਿਲਾਂ ਇੱਕ ਥਾਂ ਦੇ ਉੱਪਰ ਪਹਿਲਾਂ ਦੱਬ ਵਿਛਾ ਲੈਣੀ, ਤੇ ਜਦੋਂ ਦੱਬ ਨੂੰ ਵਿਛਾਉਣੀ ਇੱਕ ਥਾਂ ਤੋਂ ਪਹਿਲਾਂ ਦੱਬ ਵੱਢ ਕੇ ਲਿਆਉਣੀ, ਵੱਢ ਕੇ ਲਿਆ ਕੇ ਸਿੱਧਾ ਨਹੀਂ, ਜੇ ਸਿੱਧਾ ਲਿਆ ਕੇ ਰੱਖ ਦਿੱਤਾ ਦੱਬ ਤਿੱਖੀ ਹੁੰਦੀ ਹੈ, ਉਹ ਹੱਥਾਂ ਨੂੰ ਪੈਰਾਂ ਨੂੰ ਉਹ ਵਿੰਨ ਕੇ ਰੱਖ ਦੇਵੇਗੀ, ਚੀਰ ਪਾ ਦਿੰਦੀ ਹੈ ਦੱਬ ਹੱਥਾਂ ਦੇ ਅੰਦਰ। ਤੇ ਕੀ ਕੀਤਾ ਗਿਆ, ਉਸ ਦੱਬ ਦੇ ਅੰਦਰ ਕੋਮਲਤਾਈ ਲਿਆਉਣ ਦੇ ਵਾਸਤੇ ਪਹਿਲਾਂ ਦੱਬ ਦੀਆਂ ਪੰਡਾਂ ਵੱਢੀਆਂ। ਪੰਡਾਂ ਵੱਢ ਕੇ ਜਿਹੜੀ ਥਾਂ ਤੋਂ ਕੋਈ ਰਸਤਾ ਸੀ ਨਾ ਪਿਆ ਜਾਂਦਾ ਸੀ, ਜਿੱਥੋਂ ਮਾਲ ਪਸ਼ੂ ਗੱਡੇ ਜਾਂ ਲੋਕਾਂ ਨੇ ਲੰਘਣਾ, ਉਸ ਥਾਂ ਪਏ ਦੇ ਉੱਪਰ ਸੁੱਟ ਦੇਣਾ। ਕਈ ਦਿਨ ਦੱਬ ਜਿਹੜੀ ਉਹ ਧਰਤੀ ਤੇ ਪਈ ਰਹੀ, ਉਹਦੇ ਉੱਪਰੋਂ ਮਾਲ ਪਸ਼ੂ ਲੰਘਿਆ, ਲੋਕ ਲੰਘੇ, ਉਹਦੇ ਅੰਦਰ ਕੋਮਲਤਾਈ ਆਈ। ਤੇ ਫਿਰ ਕਈ ਦਿਨਾਂ ਬਾਅਦ ਜਿੰਨੇ ਮਾਲਕ ਨੇ ਦੱਬ ਵੱਢੀ ਸੀ, ਜਿੰਨੇ ਵਿਛਾਈ, ਉਹ ਆਇਆ, ਉਹਨੇ ਆਣ ਕੇ ਦੱਬ ਨੂੰ ਝਾੜਿਆ, ਵੇਖਿਆ ਕਿ ਉਹਦੇ ਅੰਦਰ ਕੋਮਲਤਾਈ ਆ ਗਈ ਹੈ। ਬਾਬਾ ਫਰੀਦ ਸਾਹਿਬ ਜੀ ਇਹਦਾ ਜ਼ਿਕਰ ਕਰਦੇ ਨੇ, ਫਰੀਦਾ ਜਿਉ ਪਵਾਈ ਦੱਬ ਜੇ ਸਾਈਂ ਲੋੜੈ ਸਭ, ਇੱਕ ਛਿਜੈ ਬਿਆਨ ਲਤਾੜੀਐ ਤਾਂ ਸਾਈਂ ਦਾ ਦਰਵਾੜੀਐ। ਜੇ ਕਿਸੇ ਦੇ ਪੈਰਾਂ ਹੇਠ ਲਤਾੜਿਆ ਗਿਆ ਤਾਂ ਕਿਤੇ ਮਾਲਕ ਨੇ ਆਪਣੇ ਘਰ ਵਿੱਚ ਉਹਨੂੰ ਥਾਂ ਦਿੱਤੀ, ਆਪਣੇ ਘਰ ਵਿੱਚ ਫਿਰ ਉਹਨੇ ਪੰਡਾਂ ਬੰਨੀਆਂ ਦੱਬ ਦੀਆਂ,
ਦੱਬ ਦੀਆਂ ਪੰਡਾਂ ਬੰਨ੍ਹ ਕੇ ਉਹ ਆਪਣੇ ਘਰ ਵਿੱਚ ਲੈ ਗਿਆ। ਫਿਰ ਕਿਤੇ ਜਾ ਕੇ ਉਹਨੂੰ ਥਾਂ ਮਿਲੀ। ਮਹਾਰਾਜ ਕਹਿੰਦੇ ਗੁਰੂ ਕੋਲ ਆਉਣਾ ਹੈ, ਮੁਰਦਾ ਹੋ ਕੇ ਆਈ, ਜਿਉਂਦਾ ਹੋ ਕੇ ਨਾ ਆਈ। ਆਪਣੇ ਗੁਰੂ ਮਰਨਾ ਆਪਣੇ ਗੁਰੂ ਦੇ ਕੋਲ ਸਿੱਖ ਲੈ। ਆਪਣੇ ਹਿਰਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਖੁਦ ਹੀ ਮਿਟਾ ਕੇ ਆਉਣਾ ਸਿੱਖ। ਗੁਰੂ ਕੋਲ ਆਉਣਾ ਕਿਸ ਤਰ੍ਹਾਂ? ਸਤਿਗੁਰੂ ਸਾਨੂੰ ਖਿਮਾ ਕਰ ਦੇਣਾ। ਅਸੀਂ ਤਾਂ ਆਉਨੇ ਹਾਂ ਆਪਣਾ ਆਪ ਜਨਾ ਕੇ ਆਉਨੇ ਹਾਂ, ਮੁਰਦੇ ਤਾਂ ਬਹੁਤ ਦੂਰ ਦੀ ਗੱਲ। ਪਹਿਲਾਂ ਆਪਣੇ ਅੰਦਰ ਨੂੰ, ਖੁਦੀ ਨੂੰ, ਹੰਕਾਰ ਨੂੰ ਮਿਟਾ ਕੇ ਗੁਰੂ ਕੋਲ ਆ। ਜੇ ਤੂੰ ਇੱਛਾ ਰੱਖਦਾ ਹੈ, ਸਤਿਗੁਰੂ ਜੀਆਂ ਨੇ ਵੇਖੋ ਭਾਈ ਸੰਤੋਖ ਸਿੰਘ ਜੀਆਂ ਨੇ ਜਿਹੜਾ ਇੱਥੇ ਵਾਰਤਾਲਾਪ ਜ਼ਿਕਰ ਕਰਵਾਇਆ, ਮਹਾਰਾਜ ਜੀਆਂ ਨੂੰ ਪੁੱਛਦੇ ਆ ਤੁਸਾਂ ਨੇ ਖਫਣੀ ਕਿਉਂ ਪਾਈ? ਮਹਾਰਾਜ ਕਹਿੰਦੇ ਮੁਰਦਿਆਂ ਨੂੰ ਖਫਣੀ ਪੈਂਦੀ ਸੀ, ਤਾਂ ਗੁਰੂ ਦੇ ਨਾਲ ਮੁਰਦੇ ਹੋਏ ਆ, ਤਾਂ ਜੋ ਕਿਤੇ ਆਪਣੇ ਗੁਰੂ ਦੇ ਨਾਲ ਸਾਨੂੰ ਚਰਨਾਂ ਵਿੱਚ ਥਾਂ ਨਸੀਬ ਹੋ ਜਾਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੈ। ਤੇ ਦੱਬ ਵਿਛਾ, ਦੱਬ ਵਾਂਗ ਬਣ ਜਾ। ਲੱਤਾਂ ਹੇਠ ਲਤਾੜੀ ਐ, ਉਹਨੂੰ ਲੱਤਾਂ ਹੇਠ ਲਤਾੜਿਆ ਗਿਆ। ਫਿਰ ਕਿਤੇ ਜਾ ਕੇ ਜਿਹੜੀ ਥਾਂ ਸੀ, ਮਾਲਿਕ ਨੇ ਕਿਹਾ ਹੁਣ ਵੇਖ। ਉਹ ਜਿਹੜਾ ਸਿੱਖ ਸੀ ਉਹਨੇ ਲੋਕਾਂ ਦੀਆਂ ਗੱਲਾਂ ਵੀ ਸਹਾਰੀਆਂ, ਲੋਕਾਂ ਦੀਆਂ ਚੋਟਾਂ ਵੀ ਸਹਾਰੀਆਂ। ਕਿਸੇ ਨੇ ਬੁਰਾ ਭਲਾ ਵੀ ਕਿਹਾ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ, ਜਾਂ ਤਿਸ ਭਾਵੈ ਤਾ ਕਰੇ ਭੋਗ, ਤਨ ਮਨ ਰਾਮ ਪਿਆਰੇ ਜੋ। ਉਹ ਕੀ ਕਹਿੰਦੇ ਨੇ? ਬਾਦ ਵਿਵਾਦ ਕਾਹੂ ਸਿਓ ਨਾ ਕੀਜੈ। ਮਾਰਦੇ ਨੇ ਲੋਕ, ਲੱਤਾਂ ਮਾਰਨ ਦਿਓ। ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੀ ਬਣਾਈ, ਮਿਲੋ ਗੋਪਾਲ ਨਿਸ਼ਾਨ ਬਜਾਈ। ਜਿਹੜੇ ਮੁਰਦੇ ਹੋਏ ਨੇ ਆਪਣੇ ਮਾਲਕ ਦੇ ਨਾਲ, ਫਿਰ ਗੁਰੂ ਰੂਪੀ ਕਬਰ ਨੇ ਆਵਾਜ਼ ਦਿੱਤੀ, ਫਰੀਦਾ ਗੋਰ ਨਿਮਾਣੀ ਛੱਡ ਕਰੈ, ਗੋਰ ਨਿਮਾਣੀ ਛੱਡ ਕਰੈ। ਛੱਡ ਕਰਿਆ ਕਹਿੰਦੇ ਨੇ ਆਵਾਜ਼ ਦੇਣੀ, ਸੱਦ। ਸੱਦ ਕਹਿੰਦੇ ਨੇ ਆਵਾਜ਼ ਦੇਣੀ, ਛੱਡ ਕਰੈ ਕੀ ਨਿਕਰਿਆ। ਘਰ ਆਓ। ਉਹ ਨਿਕਰੇ ਬੰਦੇ ਜਿਨ੍ਹਾਂ ਘਰਾਂ ਨੂੰ ਤੂੰ ਕਹਿਣਾ ਹੈ ਆ ਮੇਰਾ ਘਰ, ਆ ਮੇਰਾ ਘਰ, ਆ ਤੇਰਾ ਘਰ ਨਹੀਂ। ਉਹ ਘਰ ਹੋਰ ਹੈ, ਜਿਹੜੀ ਥਾਂ ਤੇ ਜਾਣਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਤੇਰਾ ਘਰ ਹੈ। ਗੋਰ ਨਿਮਾਣੀ ਛੱਡ ਕਰੈ ਨਿਕਰਿਆ, ਘਰ ਆਓ। ਸਰ ਪਰ ਮੈਥੈ ਆਵਣਾ, ਮਰਨੋ ਨਾ ਡਰਿਆਓ। ਇੱਕ ਦਿਨ ਤੂੰ ਮੇਰੇ ਪਾਸ ਆਉਣਾ ਹੈ, ਤੂੰ ਮਰਨ ਤੋਂ ਨਾ ਡਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪੁੱਛਦੇ ਨੇ, ਮੁਰਦਾ ਹੋਏ ਸੋ ਖਫਨੀ ਪਾਵੈ। ਮੁਰਦਾ ਹੀ ਤਾਂ ਖਫਣ ਪਾਉਂਦਾ ਹੈ, ਗੁਰੂ ਗੋਰ ਕੇ ਵਿੱਚ ਸਮਾਵੈ। ਤੇ ਫਿਰ ਕਿਤੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਉਹਨੂੰ ਥਾਂ ਮਿਲਦੀ ਹੈ। ਫਿਰ ਕਿਤੇ ਗੁਰੂ ਦੇ ਕੋਲ ਜਾ ਸਮਾਉਂਦਾ ਹੈ। ਅੰਗ ਹਿਲਾਏ ਨਾ ਆਪ ਜਣਾਵੈ। ਕਿਤੇ ਗੁਰੂ ਦੇ ਕੋਲ ਜਿਹੜੀ ਕਬਰ ਦੇ ਕੋਲ ਜਾਂਦੇ ਨੇ, ਕਿਤੇ ਜਿਉਂਦਿਆਂ ਨੂੰ ਕਬਰ ਥਾਂ ਥੋੜਾ ਦਿੰਦੀ। ਕਬਰਾਂ ਵਿੱਚ ਜਿਉਂਦਿਆਂ ਨੂੰ ਤਾਂ ਲੋਕ ਪਾਉਂਦੇ, ਉਹ ਤਾਂ ਅੰਗ ਹਿਲਾਏ। ਦੇਖੋ ਨਾਲ ਉਹਦੀ ਵਿਆਖਿਆ ਵੀ ਕਰ ਰਹੇ ਨੇ ਹੁਣ ਮੁਰਦੇ ਦੀ। ਮੁਰਦੇ ਦੀ ਨਿਸ਼ਾਨੀ ਕੀ? ਨਾ ਆਪ ਜਨਾਵੈ, ਜਿਹੜਾ ਆਪਣਾ ਆਪ ਨਹੀਂ ਜਨਾਉਂਦਾ, ਜਿਹੜਾ ਜਤਾਉਂਦਾ ਹੀ ਨਹੀਂ। ਉਹ ਸੇਵਾ ਕਰਕੇ ਦੱਸਦੇ ਹੀ ਨਹੀਂ ਵੀ ਉਹ ਤਾਂ ਧਰਤੀ ਵਿੱਚ ਬੀਜ ਬੀਜ ਕੇ ਉੱਪਰੋਂ ਮਿੱਟੀ ਪਾ ਕੇ ਤਾਂ ਜੋ ਹੁਣ ਚੰਗਾ ਫਲੀ ਪੂਤ ਹੋ ਜਾਏ, ਉਹ ਆਪਣਾ ਆਪ ਨਹੀਂ ਜਨਾਉਂਦੇ। ਨਿਜ ਨਰਨ ਕੋ ਹਿਰਦੈ ਛਪਾਵੇਂ। ਆਪਣੇ ਗੁਣਾਂ ਨੂੰ ਹਿਰਦੇ ਦੇ ਅੰਦਰ ਛਪਾਉਂਦੇ ਹਨ। ਕਰ ਕੈ ਜ਼ਾਹਰ ਐਬ ਦਿਖਾਵੇਂ। ਉਹ ਤਾਂ ਬਾਹਰੀ ਤੌਰ ਤੇ ਆਪਣਾ ਆਪ ਚੰਗੇ ਗੁਣ ਤਾਂ ਅੰਦਰ ਲੁਕਾਉਂਦੇ ਨੇ। ਹਾਂ ਮਾੜੇ ਹੋ ਸਕਦਾ ਜਿਹੜੇ ਗੁਣ ਉਹ ਲੋਕਾਂ ਨੂੰ ਦਿਖਾਉਂਦੇ ਹੋਣ। ਗੁਰ ਰਜਾਈ ਮੰਨੇ ਸੁਖ ਪਾਵੇਂ। ਗੁਰੂ ਦੀ ਰਜ਼ਾ ਨੂੰ ਮੰਨ ਕੇ ਉਹ ਜੀਵਨ ਵਿੱਚ ਵੱਡਾ ਸੁਖ ਪਾਉਂਦੇ ਹਨ। ਨਾਮ ਹਮਾਰਾ ਨਾਨਕ ਜਾਨੋ। ਤੁਸਾਂ ਮੇਰਾ ਨਾਮ ਪੁੱਛਿਆ ਹੈ ਹਾਜੀ ਨੂੰ, ਬਹਾਵਲਦੀਨ ਪੀਰ ਜਿਹੜਾ ਸਾਹਮਣੇ ਖਲੋਤਾ, ਜਿਹਦੇ ਨਾਲ ਸਾਰੇ ਸਵਾਲ ਜਵਾਬ ਹੋ ਰਹੇ ਨੇ ਮੱਕੇ ਜਾਣ ਤੋਂ ਪਹਿਲਾਂ। ਮਹਾਰਾਜ ਕਹਿੰਦੇ ਭਾਈ ਮੇਰਾ ਨਾਮ ਨਾਨਕ ਹੈ। ਮੱਕੇ ਕੋ ਅਬ ਕੀਏ ਪ੍ਰਸਥਾਨੋ। ਅਸੀਂ ਮੱਕੇ ਨੂੰ ਪ੍ਰਸਥਾਨ ਕਰਨ ਲੱਗੇ ਹਾਂ। ਸੁਨ ਸਭ ਹਾਜੀ ਮਨ ਮੈਂ ਚੀਨਾ। ਸਾਰੇ ਹਾਜੀਆਂ ਨੇ ਸੁਣ ਕਰਕੇ ਸਤਿਗੁਰੂ
ਤੇ ਬੋਲ ਹਿਰਦੇ ਅੰਦਰ ਜਾਣਿਆ। ਇਹ ਹਿੰਦੂ ਕੋ ਬੋਲ ਪ੍ਰਬੀਨਾ। ਕਹਿੰਦੇ ਜਿਹੜੀ ਇਹਦੀ ਬੋਲੀ ਹੈ, ਜਿਹੜੀ ਭਾਖਿਆ ਜਿਹੜੀ ਇਹਨਾਂ ਦੀ, ਇਹ ਹਿੰਦਕੀ ਬੋਲੀ ਹਿੰਦੂ ਜਾਪਦਾ ਹੈ। ਮਿਲ ਕਰ ਹਮਰੇ ਸੰਗ ਮਝਾਰੀ। ਇਹ ਤਾਂ ਆਪਣੇ ਜਥੇ ਦੇ ਨਾਲ ਜਾਂ ਆਪਣੇ ਸੰਗ ਮਿਲ ਕੇ ਸਾਡੇ ਨਾਲ ਕਾਬੇ ਚਲਿਓ ਚੈਤ ਮਗ ਪਾਰੀ। ਇਹ ਸਾਡੇ ਨਾਲ ਹੁਣ ਕਾਬੇ ਉਸ ਥਾਂ ਤੇ ਜਾਣਾ ਚਾਹੁੰਦਾ ਹੈ। ਦੇ ਜਵਾਬ ਇਸ ਕਰੇ ਨਿਰਾਲਾ। ਇਹਨੂੰ ਨਾ ਹੁਣੇ ਆਪਾਂ ਜਵਾਬ ਦਵਾਂਗੇ। ਆਪਾਂ ਆਪਣੇ ਨਾਲ ਨਹੀਂ ਲੈ ਕੇ ਜਾਣਾ, ਜਾਪਦਾ ਹੈ ਆਪਣੇ ਨਾਲ, ਇਹਨੂੰ ਤਾਂ ਲੈ ਕੇ ਹੀ ਨਹੀਂ ਆਪਾਂ ਜਾ ਸਕਦੇ। ਇਹਨੂੰ ਆਪਾਂ ਇਥੋਂ ਨਿਰਾਲਾ ਵੱਖਰਾ ਕਰ ਦਵਾਂਗੇ। ਭਲੀ ਨਾ ਬਾਤ ਚਲੇ ਜੇ ਨਾਲਾ। ਇਹ ਨਾਲ ਜਾਣਗੇ ਗੱਲ ਚੰਗੀ ਜਾਪਦੀ, ਆਪਾਂ ਨਹੀਂ ਨਾਲ ਲੈ ਕੇ ਜਾਣਾ। ਯੋ ਮਸਲਤ ਕਰ ਬੋਲੇ ਬੈਨਾ। ਇਸ ਪ੍ਰਕਾਰ ਉਹਨਾਂ ਸਾਰਿਆਂ ਨੇ ਸਲਾਹ ਮਸ਼ਵਰਾ ਕਰਕੇ ਬਚਨ ਕਰਦੇ ਹਨ। ਮੰਦ ਨ ਸਮਝੈ ਏ ਗੁਣ ਐਨਾ। ਪਰ ਮੂਰਖ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਵਡਿਆਈ ਨੂੰ ਨਹੀਂ ਜਾਣਦੇ। ਮੱਕੇ ਕੇ ਮਗ ਅਸ ਇੱਕ ਥਾਨਾ। ਮੱਕੇ ਦੇ ਅੱਧ ਵਿਚਕਾਰ ਇੱਕ ਐਸੀ ਥਾਂ, ਚੜ ਜਹਾਜ਼ ਪਰ ਕਰਤ ਪਿਆਨਾ। ਜਿੱਥੋਂ ਇਹ ਸਾਰੇ ਚੜ ਕਰਕੇ ਜਹਾਜ਼ ਤੇ ਇਕੱਠੇ ਹੋ ਕਰਕੇ, ਜਿੱਥੋਂ ਫਿਰ ਇਹ ਹਿੰਦੁਸਤਾਨ ਦੀ ਧਰਤੀ ਤੋਂ ਮੱਕੇ ਦੀ ਜ਼ਿਆਰਤ ਇਹ ਕਰਦੇ ਹਨ। ਹਰ ਸਾਲ ਇਹ ਭਾਰੀ ਤਾਦਾਦ ਦੇ ਅੰਦਰ ਮੁਸਲਮਾਨ ਵੀਰ ਹਾਜੀ ਲੋਕ ਮੱਕੇ ਨੂੰ ਜਾਂਦੇ ਹਨ। ਸੋ ਉਹਨਾਂ ਦਿਨਾਂ ਦੇ ਅੰਦਰ ਵੀ ਇਹ ਗਏ। ਭਾਈ ਮਰਦਾਨਾ ਜੀਆਂ ਨੇ ਚਿੱਤ ਕੀਤਾ ਪਾਤਸ਼ਾਹ ਜਾਣਾ ਹੈ। ਮਹਾਰਾਜ ਕਹਿੰਦੇ ਭਾਈ ਚਲੋ। ਇਹਨਾਂ ਆਖਿਆ ਵੀ ਇਹਨਾਂ ਨੂੰ ਲੈ ਕੇ ਨਹੀਂ ਜਾਣਾ। ਇਹਨਾਂ ਆਖਿਆ ਵੀ ਆਪਾਂ ਇਹਨਾਂ ਨੂੰ ਆਪਣੇ ਨਾਲੋਂ ਵੱਖਰਾ ਕਰ ਦੇਵਾਂਗੇ। ਜਿਹੜੀ ਇੱਕ ਥਾਂ ਤੋਂ ਇਹਨਾਂ ਜਹਾਜ਼ ਚੜਨਾ ਸੀ, ਤੈਂ ਜਬ ਕਲਮਾ ਦੇਤ ਪੜਾਈ। ਉੱਥੇ ਜਦੋਂ ਕਲਮਾ ਪੜਨਗੇ ਤਬ ਜਹਾਜ਼ ਪਰ ਲੇਤ ਚੜਾਈ। ਉੱਥੇ ਫਿਰ ਜਿਹੜੇ ਜਿਹੜੇ ਕਲਮਾ ਪੜਨਗੇ ਉਹ ਹੀ ਜਹਾਜ਼ ਪਰ ਚੜਨਗੇ। ਹਿੰਦੂ ਨਾ ਕਲਮਾ ਕਰਤੇ ਉਚਾਰਾ। ਫਿਰ ਇਹਨਾਂ ਨੂੰ ਤਾਂ ਕਲਮਾ ਆਉਂਦੀਆਂ ਨਹੀਂ ਹੋਣੀਆਂ, ਉਹ ਤਾਂ ਕੇਵਲ ਮੁਸਲਮਾਨ ਵੀਰ ਹੀ ਪੜਨਗੇ। ਯਾ ਹਮ ਤੇ ਜਾਓ ਨਿਰਾਰਾ। ਇਹ ਆਪਣੇ ਆਪ ਉੱਥੇ ਸਾਡੇ ਨਾਲੋਂ ਵੱਖਰਾ ਹੋ ਜਾਏਗਾ। ਇਹ ਤਾਂ ਮੁਲਤਾਨ ਤੋਂ ਭਾਈ ਵੀਰ ਸਿੰਘ ਲਿਖਦੇ ਨੇ ਕਿ ਮੁਲਤਾਨ ਤੋਂ ਸੂਰਤ ਦੀ ਬੰਦਰਗਾਹ ਤੇ ਉਹਨਾਂ ਦਿਨਾਂ ਦੇ ਅੰਦਰ ਉੱਥੋਂ ਸਾਰੇ ਇਕੱਠੇ ਹੋ ਕੇ ਜਾਂਦੇ ਸਨ ਮੱਕੇ ਦੇ ਜ਼ਿਆਰਤ ਦੇ ਵਾਸਤੇ, ਮੱਕੇ ਦੀ ਯਾਤਰਾ ਦੇ ਵਾਸਤੇ। ਕਹਿੰਦੇ ਜਦੋਂ ਇਹਨਾਂ ਤੋਂ ਕਲਮਾਂ ਨਾ ਪੜੀਆਂ ਗਈਆਂ ਤੇ ਇਹਨਾਂ ਨੇ ਸਾਡੇ ਨਾਲ ਫਿਰ ਨਹੀਂ ਜਾਣਾ। ਸੁਨ ਕਰ ਸ਼੍ਰੀ ਮੁਖ ਸੋ ਮੁਸਕਾਨੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਦੀ ਗੁਫ਼ਤਗੂ ਤੇ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ। 300 ਐਸੇ ਬਚਨ ਬਖਾਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਬਚਨ ਕਰਦੇ ਹਨ। ਜਨਮਿਓ ਜਬ ਕੋ ਸੰਗ ਨਾ ਆਇਓ। ਮਹਾਰਾਜ ਕਹਿੰਦੇ ਜਦੋਂ ਭਾਈ ਜਨਮ ਹੋਇਆ ਹੈ ਉਦੋਂ ਵੀ ਕੋਈ ਨਾਲ ਨਹੀਂ ਸੀ ਆਇਆ। ਜਨਮ ਹੋਇਆ ਸੰਸਾਰ ਦੇ ਅੰਦਰ ਉਸ ਵਕਤ ਵੀ ਕੋਈ ਸੰਗ ਨਹੀਂ ਸੀ ਆਇਆ। ਮਰਨੇ ਕਾਲ ਨ ਸੰਗ ਸਿਧਾਇਓ। ਤੇ ਜਿੱਦਣ ਮਰਨਾ ਹੈ ਉਦਣ ਵੀ ਕਿਸੇ ਨੇ ਨਾਲ ਨਹੀਂ ਜਾਣਾ। ਜਿੱਦਣ ਮਰਨਾ ਹੈ ਉਦਣ ਕਿਸੇ ਭੀੜ ਨੇ ਇਕੱਠਿਆਂ ਥੋੜਾ ਜਾਣਾ ਹੈ। ਉਸ ਦਿਨ ਵੀ ਇਕੱਲਿਆਂ ਜਾਣਾ ਹੈ। ਆਏ ਇਕੇਲਾ ਜਾਤ ਇਕੇਲਾ। ਆਏ ਵੀ ਇਕੱਲੇ ਹਾਂ, ਮਾਤ ਲੋਕ ਵਿੱਚ ਜਾਵਾਂਗੇ ਵੀ ਇਕੱਲੇ। ਤੁਸੀਂ ਕਹਿੰਦੇ ਹੋ ਵੀ ਮੱਕੇ ਤੱਕ ਨਹੀਂ ਲੈ ਕੇ ਜਾਣਾ। ਮਹਾਰਾਜ ਕਹਿੰਦੇ ਉਸ ਤੋਂ ਅਗਾਂਹ ਦੀ ਗੱਲ ਪਾਤਸ਼ਾਹ ਜੀ ਨੇ ਕੀਤੀ। ਕਹਿੰਦੇ ਤੁਸੀਂ ਇਕੱਲੇ ਮੱਕੇ ਤੱਕ ਦੀ ਗੱਲ ਕਰਦੇ ਹੋ ਵੀ ਨਾਲ ਨਹੀਂ ਲੈ ਕੇ ਜਾਣਾ। ਪਾਤਸ਼ਾਹ ਕਹਿੰਦੇ ਆਏ ਵੀ ਇਕੱਲੇ ਤੇ ਜਾਣਾ ਵੀ ਇਕੱਲਿਆਂ ਨੇ ਹੈ। ਤੁਸੀਂ ਤਾਂ ਇੱਥੋਂ ਤੱਕ ਕਹਿੰਦੇ ਹੋ ਵੀ ਨਾਲ ਹੱਜ ਤੇ ਜਾਂ ਯਾਤਰਾ ਤੇ ਨਾਲ ਨਹੀਂ ਲੈ ਕੇ ਜਾਣਾ। ਪਾਤਸ਼ਾਹ ਜੀਆਂ ਨੇ ਤਾਂ ਉਸ ਤੋਂ ਅਗਾਂਹ ਦੀ ਗੱਲ ਕੀਤੀ। ਆਵਤ ਅਕੇਲਾ ਜਾਤ ਅਕੇਲਾ। ਆਏ ਵੀ ਇਕੱਲੇ ਹਾਂ ਤਥਾ ਜਾਣਾ ਵੀ ਇਕੱਲਿਆਂ ਨੇ ਹੈ। ਯੋਂ ਸਮਝੇ ਮਨ ਹੋਤ ਸੁਹੇਲਾ। ਜਿਹੜਾ ਇਹ ਬਾਤ ਸਮਝ ਗਿਆ ਉਹਦਾ ਹਿਰਦਾ ਸੁਹੇਲਾ ਹੈ। ਸੁਨ ਕਰ ਬਸਤੇ ਰੈਨ ਬਿਤਾਈ। ਇਸ ਤਰ੍ਹਾਂ ਸਮਝ ਕਰਕੇ ਸਾਧ ਸੰਗਤ ਜੀਓ ਉੱਥੇ ਰਾਤਰੀ ਬਤੀਤ ਕੀਤੀ। ਬਹਰੋ ਜਬ ਪ੍ਰਭਾਤ ਹੋਏ ਆਈ। ਤੇ ਜਿਸ ਵਕਤ ਫਿਰ ਉਦੈ ਦਿਨ ਚੜਿਆ, ਉੱਠ ਕਰ ਹਾਜੀ ਪੰਥ ਸਿਧਾਰੇ। ਉਹ ਹਾਜੀ ਸਾਰੇ ਉੱਠੇ, ਉੱਠ ਕਰਕੇ ਆਪੋ ਆਪਣੇ ਰਸਤੇ ਨੂੰ ਚਲੇ ਗਏ। ਆਪਨ ਸਾਥ ਤੇ ਪ੍ਰਭ ਹਟਕਾਰੇ। ਭਾਈ ਬਾਲਾ ਜੀ ਕਹਿੰਦੇ ਆਪਣੇ ਨਾਲੋਂ ਸਤਿਗੁਰੂ ਜੀਆਂ ਨੂੰ ਹਟਾ ਦਿੱਤਾ।
ਨਾਲ ਆਪਣੇ ਨਾਲ ਸਤਿਗੁਰੂ ਜੀਆਂ ਨੂੰ ਨਹੀਂ ਲੈ ਕੇ ਗਏ। ਮਰਦਾਨੇ ਸੋ ਬਚਨ ਬਖਾਨਾ। ਸਤਿਗੁਰੂ ਜੀ ਭਾਈ ਮਰਦਾਨਾ ਸਾਹਿਬ ਜੀ ਨੂੰ ਫਿਰ ਬਚਨ ਕਰਦੇ ਹਨ। ਹਿੰਦੂ ਕੋ ਤੈ ਹੋਏ ਨਾ ਜਾਣਾ। ਕਹਿੰਦੇ ਮਰਦਾਨਿਆਂ ਵੇਖ ਲੈ ਵੀ ਰਸਤਾ ਬੜਾ ਭਾਰੀ ਹੈ, ਕਿਉਂਕਿ ਉਸ ਥਾਂ ਤੇ ਜਿਹੜੇ ਹਾਜੀ ਲੋਕ, ਮੁਸਲਮਾਨ ਲੋਕ ਜਿਹੜੇ ਆਪਣੇ ਦੀਨ ਦੇ ਅੰਦਰ ਪਰਪੱਕ ਹਨ, ਉਹ ਲੋਕ ਮੱਕੇ ਜਾਂਦੇ ਹਨ, ਹਰ ਇੱਕ ਨਹੀਂ ਜਾ ਸਕਦਾ। ਇਹ ਤਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਘਰ ਐਸਾ ਹੈ। ਕਬੀਰ ਜੈ ਦਰ ਆਵਤ ਜਾਤ ਹੋਂ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਜਿੱਥੇ ਆਉਂਦੇ ਜਾਂਦਿਆਂ ਨੂੰ ਕਦੇ ਨਹੀਂ ਪੁੱਛਿਆ ਭਾਈ ਤੂੰ ਕਿਹੜੇ ਪੰਥ ਵਿੱਚੋਂ ਹੈ। ਜਿੱਥੇ ਆਉਂਦੇ ਜਾਂਦੇ ਕਦੇ ਨਹੀਂ ਪੁੱਛਿਆ ਭਾਈ ਤੂੰ ਕੌਣ ਹੈ, ਤੂੰ ਕਿਸ ਥਾਂ ਤੋਂ ਆਇਆ ਹੈ, ਜਾਂ ਕਿੰਨੀ ਵਾਰ ਤੂੰ ਆਇਆ ਹੈ। ਨਹੀਂ, ਕਬੀਰ ਜੈ ਦਰ ਆਵਤ ਜਾਤ ਹੂੰ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਆ ਜੋ ਦਰ ਐਸਾ ਹੋਏ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਵੇਖ ਲੈ ਬਾਈ, ਉਸ ਥਾਂ ਤੇ ਜਾਣਾ ਕਠਿਨ ਹੈ। ਹਿੰਦੂ ਲੋਕ ਜਿਹੜੇ ਹਨ ਜਾਂ ਗੈਰ ਮਤ ਵਾਲੇ, ਉਹਨਾਂ ਨੂੰ ਉਸ ਥਾਂ ਤੇ ਨਹੀਂ ਜਾਣ ਦਿੰਦੇ। ਮੱਕੇ ਦੇਖਣ ਮੈਂ ਪ੍ਰਤੀਬੰਧਾ। ਮਹਾਰਾਜ ਕਹਿੰਦੇ ਭਾਈ ਮੱਕਾ ਵੇਖਣ ਦੇ ਅੰਦਰ ਗੈਰ ਮਤ ਵਾਸਤੇ, ਹੋਰ ਮਤ ਵਾਸਤੇ ਪ੍ਰਤੀਬੰਧ ਭਾਵ ਰੋਕ ਹੈ। ਕੋ ਅਬ ਕੈ ਬਿਦ ਗਮਨੋ ਪੰਦਾ। ਦੱਸੋ ਭਾਈ ਮਰਦਾਨਾ ਜੀ ਹੁਣ ਫਿਰ ਕਿਵੇਂ ਕਰਨਾ ਹੈ? ਹੁਣ ਕਿਹੜੇ ਰਸਤੇ, ਤੁਸੀਂ ਕਿਹੜੇ ਰਸਤੇ ਜਾਣਾ ਹੈ? ਹੁਣ ਤੁਸੀਂ ਦੱਸਣਾ ਕਰੋ। ਉਤੇ ਤੁਰਕ ਸੇ ਪੰਥ ਪਧਾਰੇ। ਉਹ ਤਾਂ ਜਿਹੜੇ ਨਾਲ ਦੇ ਉਹ ਤਾਂ ਚੜ ਕੇ ਜਹਾਜ਼ੇ ਚਲੇ ਗਏ ਹਨ। ਸੁਨ ਮਰਦਾਨੇ ਬੈਨ ਉਚਾਰੇ। ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਜੀ ਹੱਥ ਜੋੜ ਕੇ ਫਿਰ ਬੇਨਤੀ ਕਰਦੇ ਹਨ। ਦੀਨ ਲੋਕ ਕੇ ਵਿਖੇ ਨਾ ਕੋਈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਇਹ ਤਾਂ ਇਥੋਂ ਦੇ ਮੁਲਤਾਨ ਦੇ ਹਾਜੀ ਲੋਕ ਸਨ ਸਾਰੇ ਇਕੱਠੇ ਹੋਏ। ਇਹ ਤਾਂ ਇਥੋਂ ਦੇ ਨੇ ਪਾਤਸ਼ਾਹ, ਤੁਹਾਨੂੰ ਰੋਕਣ ਵਾਲਾ ਤਾਂ ਤਿੰਨਾਂ ਲੋਕਾਂ ਵਿੱਚ ਵੀ ਕੋਈ ਨਹੀਂ ਹੈ। ਸਤਿ ਸ੍ਰੀ ਅਕਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਇਹ ਤਾਂ ਮੁਲਤਾਨ ਦੇ ਹਾਜੀ ਲੋਕ ਇਕੱਠੇ ਹੋਏ ਨੇ। ਇਹਨਾਂ ਕਿਹਾ ਨਹੀਂ ਲੈ ਕੇ ਜਾਣਾ ਪਾਤਸ਼ਾਹ, ਆਪ ਜੀਆਂ ਨੂੰ ਕੌਣ ਹੈ ਰੋਕਣ ਵਾਲਾ? ਆਪ ਜੀਆਂ ਦੇ ਰਸਤੇ ਵਿੱਚ ਦੂਸਰ ਕੌਣ ਹੈ ਆਉਣ ਵਾਲਾ ਜੋ ਆਪ ਜੀਆਂ ਦਾ ਰਸਤਾ ਰੋਕੇ? ਰਾਵਰ ਕੋ ਬਰਜੇ ਮਗ ਜੋਈ। ਜਿਹੜਾ ਰਾਵਰ ਪਾਤਸ਼ਾਹ ਜੋ ਆਪ ਜੀਆਂ ਨੂੰ ਵਰਜਣਾ ਰੋਕਣਾ ਕਰੇ। ਤੁਰਕ ਜੇ ਬਪਰੇ ਕੌਣ ਅਗਾਰੀ। ਇਹ ਵਿਚਾਰੇ ਕੀ ਹਨ ਬਪਰੇ? ਇਹ ਵਿਚਾਰੇ ਕੀ ਹਨ? ਤੁਮਰੇ ਸਨਮੁਖ ਹੋਏ ਬਲ ਧਾਰੀ। ਜਿਹੜਾ ਤੁਹਾਡੇ ਸਨਮੁਖ ਜਾਂ ਕੋਈ ਵੀ ਬਲ ਧਾਰੀ ਕੋਈ ਵੀ ਆਵੇ, ਕਿਰਪਾ ਧਾਰ ਮੁਝ ਦਿਓ ਦਿਖਾਈ। ਪਾਤਸ਼ਾਹ ਬਸ ਕਿਰਪਾ ਕਰੋ, ਮੈਨੂੰ ਤੁਸੀਂ ਮੱਕਾ ਜ਼ਰੂਰ ਵਿਖਾਓ। ਹੁਣ ਆਏ ਹਾਂ ਪਾਤਸ਼ਾਹ, ਹੁਣ ਤੁਸੀਂ ਕਿਰਪਾ ਕਰੋ। ਨੈ ਵਿਲਾਓ ਕੀਜੇ ਜਗ ਸਾਈ। ਇਹ ਜਗਤ ਦੇ ਸਾਈਂ ਪਾਤਸ਼ਾਹ ਹੁਣ ਨਾ ਟਾਲਾ ਕਰੋ। ਮਨ ਐਸਾ ਹੈ ਵੀ ਹੁਣ ਆਪਾਂ ਆਏ ਵੀ ਹਾਂ, ਕਿਰਪਾ ਕਰਕੇ ਹੁਣ ਸਮਾਂ ਵੀ ਹੈ, ਕਿਰਪਾ ਕਰੋ ਸਤਿਗੁਰੂ, ਹੁਣ ਤੁਸੀਂ ਟਾਲਾ ਨਾ ਕਰੋ। ਸੁਨ ਸ਼੍ਰੀ ਮੁਖ ਤੇ ਬਿਗਸੇ ਨਾਥਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗੰਭੀਰ ਹੋ ਕੇ ਮੁਖੋਂ ਬਚਨ ਕਰਦੇ ਹਨ। ਬੋਲਤ ਪੇ ਮਰਦਾਨੇ ਸਾਥਾ। ਭਾਈ ਮਰਦਾਨਾ ਸਾਹਿਬ ਜੀ ਨੂੰ ਬਚਨ ਕੀਤਾ। ਤੁਝੇ ਬਿਲੋਕਨ ਚਾਹ ਜ਼ਰੂਰੇ। ਇਹ ਵੇਖ ਲਓ ਭਾਈ ਮਰਦਾਨਾ ਜੀ, ਜੇ ਤੁਹਾਡੀ ਚਾਹਨਾ ਹੈ ਦੀਦਾਰ ਦੀ, ਗਾਓ ਸ਼ਬਦ ਪ੍ਰਭ ਕੇ ਗੁਣ ਰੂਰੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਦੇ ਅੰਦਰ ਤੁਸੀਂ ਸ਼ਬਦ ਗਾਇਨ ਕਰੋ। ਮਰਦਾਨਿਆ ਛੇੜ ਰਬਾਬ ਦੀਆਂ ਤਾਰਾਂ, ਬਾਣੀ ਗਾ ਉਸ ਨਿਰੰਕਾਰ ਦੀ। ਭਾਈ ਮਰਦਾਨਾ ਸਾਹਿਬ ਜੀ ਨੂੰ ਸਤਿਗੁਰੂ ਜੀਆਂ ਨੇ ਬਚਨ ਕੀਤਾ। ਕਰਤ ਸਬਨ ਕੀ ਆਸ਼ਾ ਪੂਰਨ। ਜੋ ਸ਼ਬਦ ਸਾਰਿਆਂ ਦੀਆਂ ਮੁਰਾਦਾਂ, ਮੰਗਾਂ, ਲੋੜਾਂ ਨੂੰ ਸ਼ਬਦ ਪੂਰੀਆਂ ਕਰਨ ਵਾਲਾ ਹੈ। ਜੋ ਬਾਣੀ ਸਾਰਿਆਂ ਦੀਆਂ ਮੁਰਾਦਾਂ ਨੂੰ ਪੂਰੀਆਂ ਕਰਨ ਵਾਲੀ ਹੈ। ਲੈ ਰਬਾਬ ਗਾਵੋ ਅਬ ਤੂਰਨ। ਹੁਣੇ ਤੁਸੀਂ ਰਬਾਬ ਲਵੋ, ਛੇਤੀ ਤੁਸੀਂ ਗਾਉਣਾ ਕਰੋ। ਸੁਨ ਹਰਖਿਓ ਹਿਰਦੇ ਮਰਦਾਨਾ। ਭਾਈ ਮਰਦਾਨਾ ਸਾਹਿਬ ਜੀ ਹਿਰਦੇ ਦੇ ਅੰਦਰ ਪ੍ਰਸੰਨ ਹੋਏ, ਕਿਉਂਕਿ ਪਾਤਸ਼ਾਹ ਜੀਆਂ ਨੇ ਜੋ ਇਸ਼ਾਰਾ ਕਰ ਦਿੱਤਾ ਹੈ,
ਪਾਤਸ਼ਾਹ ਜੀਆਂ ਨੇ ਜੋ ਰਸਤਾ ਦੱਸ ਦਿੱਤਾ ਹੈ, ਜੰਤਰ ਬਜਾਏ ਕੀਨ ਮੁਖ ਗਾਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਗਾਉਣ ਲੱਗੇ ਨੇ। ਭਾਈ ਮਰਦਾਨਾ ਸਾਹਿਬ ਜੀ ਰਬਾਬ ਦੀਆਂ ਤਾਰਾਂ ਜਿਨ੍ਹਾਂ ਨੇ ਛੇੜੀਆਂ, ਮਹਾਰਾਜ ਜੀਆਂ ਦੇ ਨਾਲ ਉਹ ਸੰਗੀ ਸਾਥੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਰੱਬੀ ਬਾਣੀ ਗਾਉਣ ਲੱਗੇ। ਪ੍ਰੇਮ ਸੰਗ ਸੁਰ ਰਾਗ ਬਸਾਇਓ, ਜਿਨ੍ਹਾਂ ਨੇ ਪ੍ਰੇਮ ਸਹਿਤ ਮਾਲਕ ਜੀ ਦੀ ਬਾਣੀ ਰਾਗਬੰਦ ਗਾਈ। ਰੀਜ ਰੀਜ ਉੱਚੀ ਧੁਨ ਗਾਇਓ, ਬੜੇ ਪ੍ਰੇਮ ਨਾਲ ਉੱਚੀ ਉੱਚੀ ਪਾਤਸ਼ਾਹ ਜੀਆਂ ਦੇ ਨਾਲ ਰਲ ਕੇ ਪਾਵਨ ਪਵਿੱਤਰ ਬਾਣੀ ਗਾਇਨ ਕੀਤੀ ਹੈ। ਸਰਵ ਸ਼ਬਦ ਕੋ ਪੜ ਕਰ ਜਬਈ, ਜਦੋਂ ਸਾਰਾ ਸ਼ਬਦ ਭਾਈ ਮਰਦਾਨਾ ਸਾਹਿਬ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਪੜਿਆ, ਗਰੀਵ ਨਿਵਾਏ ਨਮੋ ਕੀਏ ਤਬਈ। ਉਸੇ ਵਕਤ ਜਦੋਂ ਨਮਸਕਾਰ ਕੀਤੀ ਧੌਣ ਨੀਵੀਂ ਕਰਕੇ, ਜਦੋਂ ਸਤਿਗੁਰੂ ਜੀਆਂ ਦਾ ਸ਼ਬਦ ਸੰਪੰਨ ਹੋਇਆ, ਸਿਰ ਊਚੋ ਕਰ ਨੈਣ ਪਸਾਰੇ। ਫਿਰ ਜਦੋਂ ਧੌਣ ਚੁੱਕ ਕੇ ਅੱਖਾਂ ਖੋਲੀਆਂ, ਭਾਈ ਮਰਦਾਨਾ ਸਾਹਿਬ ਜੀਆਂ ਨੇ ਉੱਪਰ ਨੂੰ ਜਦੋਂ ਨੇਤਰ ਖੋਲੇ, ਦੇਖ ਮੱਕੇ ਕੇਰ ਮੁਨਾਰੇ। ਦੇਖੇ ਉੱਚੇ ਉੱਚੀਆਂ ਅਟਾਰੀਆਂ ਮੱਕੇ ਦੇਸ਼ ਦੀਆਂ। ਵੇਖ ਕੇ ਭਾਈ ਮਰਦਾਨਾ ਜੀ ਬੂਝਤ ਪਾ ਇਹ ਕੌਣ ਸਥਾਨਾ। ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਪਾਤਸ਼ਾਹ ਇਹ ਕਿਹੜਾ ਅਸਥਾਨ ਹੈ? ਪਿਖੀਅਤ ਤੋਲਰ ਸੁੰਦਰ ਨਾਨਾ, ਇਹ ਬੜੇ ਧੌਲਰ ਬੜੇ ਸੋਹਣੇ ਮਹੱਲ ਹਨ, ਬੜੇ ਸੁੰਦਰ ਹਨ। ਕਮਲ ਬਦਨ ਸੁਨ ਕਰਤੇ ਬੈਨਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਵਕਤ ਬਚਨ ਕੀਤੇ। ਬਿਗਸਤ ਬੋਲੇ ਸ਼੍ਰੀ ਗੁਣ ਐਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕੀਤਾ ਭਾਈ ਮਰਦਾਨਾ ਜੀਆਂ ਨੂੰ ਗੁਣਾਂ ਦੀ ਐਨ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਮੱਕਾ ਆਵਾ ਜ਼ਾਰਤ ਤੇਰੀ। ਭਾਈ ਮਰਦਾਨਾ ਜੀ ਮੱਕਾ ਆ ਗਿਆ ਹੈ, ਜਿੱਥੇ ਤੂੰ ਜ਼ਾਰਤ ਕਰਨੀ ਹੈ, ਜਿੱਥੇ ਤੂੰ ਹਜ ਕਰਨੀ ਚਾਹੁੰਦਾ ਹੈ, ਆ ਗਿਆ ਹੈ ਮੱਕਾ, ਤੂੰ ਉਸ ਥਾਂ ਪਹੁੰਚ ਜਾ। ਚਹਿਤ ਜੋ ਮਨ ਉਠ ਲੀਜੇ ਹੇਰੀ। ਜੋ ਤੇਰੇ ਚਿੱਤ ਦੇ ਅੰਦਰ ਹੈ ਤੁਸੀਂ ਉਹ ਕਰ ਲਵੋ। ਹਰਖਾ ਸੁਨ ਕਰ ਭਾ ਮਨ ਭਾਵਾ। ਇਹਨੇ ਬਚਨ ਸੁਣ ਕੇ ਹਿਰਦੇ ਅੰਦਰ ਭਾਈ ਮਰਦਾਨਾ ਸਾਹਿਬ ਜੀ ਅਤਿਅੰਤ ਪ੍ਰਸੰਨ ਹੋ। ਸਾਧ ਸੰਗਤ ਜੀ, ਗੁਰੂ ਕਾ ਸਿੱਖ ਭਾਵਨਾ ਦੇ ਨਾਲ ਧੰਨ ਧੰਨ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰ ਕਰਦਾ ਹੈ। ਈਸਾਈ ਲੋਕ ਯਰੂਸ਼ਲਮ ਜਾਂਦੇ ਹਨ। ਇਸੇ ਤਰ੍ਹਾਂ ਭਾਵਨਾ ਦੇ ਨਾਲ ਜੋ ਮੁਸਲਮਾਨ ਵੀਰ ਹਨ, ਇਹ ਮੱਕੇ ਦੀ ਜ਼ਿਆਰਤ ਕਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਰਦਾਨਿਆਂ ਮੱਕਾ ਆਇਆ ਹੈ, ਤੇਰੀ ਇੱਛਾ ਹੈ ਜ਼ਿਆਰਤ ਕਰਨ ਦੀ। ਮਹਾਰਾਜ ਕਹਿੰਦੇ ਭਾਈ ਕਰ ਲੈ। ਭਾਈ ਮਰਦਾਨਾ ਸਾਹਿਬ ਜੀ ਅਤਿਅੰਤ ਪ੍ਰਸੰਨ ਹੋਏ। ਹਿਤ ਦੇਖਣ ਕੇ ਚਿਤ ਲਲਚਾਵਾ। ਜੋ ਤੇਰਾ ਦੇਖਣ ਦੇ ਵਾਸਤੇ, ਜੋ ਤੇਰਾ ਦੀਦਾਰ ਦੇ ਵਾਸਤੇ ਚਿਤ ਅਤਿਅੰਤ ਲਲਚਾਉਂਦਾ ਸੀ। ਮਰਦਾਨੇ ਕੇ ਚਿਤ ਕੀ ਜਾਨੀ। ਸਤਿਗੁਰੂ ਜੀਆਂ ਨੇ ਭਾਈ ਮਰਦਾਨਾ ਸਾਹਿਬ ਜੀਆਂ ਦੇ ਚਿੱਤ ਦੀ ਬਾਤ ਨੂੰ ਬੁੱਝ ਲਿਆ। ਉਠਤ ਪਏ ਤਬਈ ਗੁਣ ਖਾਨੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠੇ ਹਨ। ਮੰਦ ਮੰਦ ਪਦ ਸੁੰਦਰ ਚਾਲੀ। ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਤੁਰੇ ਹਨ। ਬੈਠੇ ਜਾਏ ਸਮੀਪ ਦੀਵਾਲੀ। ਸਤਿਗੁਰੂ ਜੀ ਇੱਕ ਦੀਵਾਰ ਦੇ ਕੋਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਜਾ ਕੇ ਬੈਠ ਗਏ। ਹਾਜੀ ਵੇਖ ਕਰੇ ਤੈ ਥਾਏ। ਉਸੇ ਥਾਂ ਤੇ ਪਾਤਸ਼ਾਹ ਜੀਆਂ ਦੇ ਤਨ ਦੇ ਉੱਪਰ ਸਾਧ ਸੰਗਤ ਜੀਓ ਹਾਜੀ ਵੇਖ ਮਹਾਰਾਜ ਜੀਆਂ ਨੇ ਕੀਤਾ ਹੈ। ਜਦੋਂ ਇਹ ਮੁਸਲਮਾਨ ਵੀਰ ਹੱਜ ਕਰਨ ਵਾਸਤੇ ਜਾਂਦੇ ਹਨ, ਲਗਭਗ ਇਹ 40 ਦਿਨ ਦੀ ਪ੍ਰਕਿਰਿਆ ਹੁੰਦੀ ਹੈ। ਹੱਜ ਕਰਨ ਦਾ ਇੱਕ ਵਿਸ਼ੇਸ਼ ਢੰਗ ਤਰੀਕਾ ਹੈ ਇਹਨਾਂ ਦਾ। ਇਹ ਲਗਭਗ 40 ਦਿਨਾਂ ਦੇ ਅੰਦਰ ਉਹ ਸਾਰਾ ਇੱਕ ਸੰਪੰਨ ਹੁੰਦਾ ਹੈ। ਜੋ ਆਪਣੇ ਬਸਤਰ ਇਹਨਾਂ ਦੇ ਹੁੰਦੇ ਹਨ, ਇਹ ਉਤਾਰ ਕੇ ਇੱਕ ਵਿਸ਼ੇਸ਼ ਤਰ੍ਹਾਂ ਦੇ ਬਸਤਰ ਇਹ ਪਹਿਨਦੇ, ਔਰ ਇਹ ਜੋੜਾ ਵੀ ਨਹੀਂ ਪਹਿਨਦੇ, ਇੱਕ ਵਿਸ਼ੇਸ਼ ਤਰ੍ਹਾਂ ਦੇ ਜੋੜੇ ਵੀ ਇਹ ਆਪਣੇ ਪੈਰਾਂ ਵਿੱਚ ਧਾਰਨ ਕਰਦੇ। ਜੋ ਉਹਨਾਂ ਦਾ ਉਸ ਵਕਤ ਦਾ ਲਿਬਾਸ ਸੀ, ਪਾਤਸ਼ਾਹ ਜੀਆਂ ਨੇ ਉਹ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹ ਲਿਬਾਸ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਹਾਜੀਆਂ ਵਾਲਾ ਜਿਹੜਾ ਲਿਬਾਸ ਸੀ, ਉਹ ਤੁਰਨ ਤੋਂ ਪਹਿਲਾਂ ਇੱਥੋਂ ਵੀ ਕੀਤਾ, ਤਾਂ ਜੋ ਉਹਨਾਂ ਥਾਵਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸਾਧ ਸੰਗਤ ਜੀ ਉਹ ਕੱਲ ਵੀ ਵਿਚਾਰਾਂ ਦੇ ਦੌਰਾਨ ਇਹੋ ਬਚਨ ਵਿਲਾਸ ਬੇਨਤੀ ਸੀ। ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ,
ਪਾਤਸ਼ਾਹ ਜੀਆਂ ਦਾ ਸਮਝਾਉਣ ਦਾ ਤਰੀਕਾ ਇੱਕ ਨਿਵੇਕਲਾ ਸੀ। ਮਹਾਰਾਜ ਜੀ ਹਮੇਸ਼ਾ ਸਤਿਗੁਰੂ ਜੀਆਂ ਦੀ ਇੱਛਾ ਇਹੋ ਰਹਿੰਦੀ ਵੀ ਜਿਹੜੀ ਥਾਂ ਤੇ ਵੱਡਾ ਇਕੱਠ ਹੈ, ਉਸ ਵੱਡੇ ਇਕੱਠ ਨੂੰ ਥੋੜੇ ਸਮੇਂ ਦੇ ਅੰਦਰ ਬਹੁਤਾ ਗਿਆਨ ਵੰਡਿਆ ਜਾਵੇ, ਬਹੁਤਾ ਉਪਦੇਸ਼ ਦਿੱਤਾ ਜਾਏ। ਭਾਵੇਂ ਉਹ ਹਰਿਦੁਆਰ ਸੀ, ਵੱਡਾ ਇਕੱਠ ਸੀ, ਗ੍ਰਹਿਣ ਲੱਗਾ ਹੋਇਆ ਸੀ, ਉੱਥੇ ਵੱਡੀ ਭਾਰੀ ਤਾਦਾਦ ਦੇ ਅੰਦਰ ਲੋਕ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਉਪਦੇਸ਼ ਦਿੱਤਾ। ਪਾਤਸ਼ਾਹ ਜੀ ਨੂੰ ਇਸ ਬਾਤ ਦਾ ਭਲੀ ਭਾਂਤ ਪਤਾ ਹੈ ਕਿ ਵੱਡੀ ਤਾਦਾਦ ਦੇ ਅੰਦਰ ਹਾਜੀ ਲੋਕ ਹੱਜ ਕਰਨ ਵਾਸਤੇ ਆਏ ਹਨ। ਪਾਤਸ਼ਾਹ ਜੀਆਂ ਨੇ ਉੱਥੇ ਜਾ ਕੇ ਸੰਵਾਦ ਰਚਾਇਆ। ਭੁੱਲੇ ਹੋਇਆਂ ਨੂੰ ਜਾ ਕੇ ਮਹਾਰਾਜ ਜੀਆਂ ਨੇ ਸੁਮੇਰ ਪਰਬਤ ਦੀ ਧਰਤੀ ਉੱਤੇ ਉੱਥੇ ਜਾ ਕੇ ਸਤਿਗੁਰੂ ਜੀਆਂ ਨੇ ਸੰਵਾਦ ਰਚਾਇਆ। ਅਚਲ ਬਟਾਲੇ ਦੀ ਧਰਤੀ ਤੇ ਜਿਨ ਮੇਲਾ ਸ਼ਿਵਰਾਤ ਦਾ, ਜਦੋਂ ਸ਼ਿਵਰਾਤਰੀ ਦਾ ਮੇਲਾ ਸੀ, ਪਤਾ ਸੀ ਵੀ ਭਾਰੀ ਤਾਦਾਦ ਦੇ ਅੰਦਰ ਲੋਕ ਜੁੜੇ ਨੇ, ਪਾਤਸ਼ਾਹ ਜੀ ਅਚਲ ਬਟਾਲੇ ਚਲੇ ਗਏ। ਮੇਰੇ ਕਹਿਣ ਤੋਂ ਮੁਰਾਦ ਵੀ ਥੋੜੇ ਸਮੇਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਲੋਕਾਈ ਨੂੰ, ਭੁੱਲਿਆ ਹੋਇਆਂ ਨੂੰ ਸਤਿਗੁਰੂ ਜੀ ਸਿੱਧੇ ਮਾਰਗ ਵੱਲ ਤੋਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਦੀਵਾਰ ਦੇ ਕੋਲ ਬੈਠ ਗਏ। ਸਤਿਗੁਰੂ ਜੀਆਂ ਨੇ ਹਾਜੀ ਵੇਖ ਕੀਤਾ ਹੈ। ਕੀਨੇ ਆਸਨ ਗੁਰੂ ਸੁਹਾਏ, ਸਤਿਗੁਰੂ ਜੀਆਂ ਨੇ ਉੱਥੇ ਆਸਨ ਕੀਤਾ। ਤੈ ਚਿਨ ਸ਼ਬਦ ਬਸੰਤ ਮਜਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਸ ਵਕਤ ਮੁਬਾਰਕ ਸ਼ਬਦ ਬਸੰਤ ਰਾਗ ਦੇ ਅੰਦਰ ਮਹਾਰਾਜ ਜੀਆਂ ਨੇ ਉਚਾਰਿਆ। ਉੱਚੀ ਸੁਰ ਸੋਂ ਕੀਏ ਗਾਨ ਉਚਾਰਾ। ਉੱਚੀ ਸੁਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਸ਼ਬਦ ਮਹਾਰਾਜ ਜੀ ਉਚਾਰਨ ਕਰਦੇ ਹਨ। ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਸੰਤ ਹਿੰਡੋਲ ਦੇ ਅੰਦਰ ਮਹੱਲਾ ਪਹਿਲਾ ਘਰ ਦੂਸਰੇ ਅੰਦਰ ਗਾਉਣ ਦੀ ਤਾਕੀਦ ਕੀਤੀ। ਕਿੰਨੇ ਇਸ ਦੇ ਅੰਦਰ ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਜੀ, ਜੋ ਮਹਾਰਾਜ ਜੀ ਰਾਗ ਗਾਉਂਦੇ ਨੇ, ਉਸੇ ਵਕਤ ਭਾਈ ਮਰਦਾਨਾ ਸਾਹਿਬ ਜੀ ਨਾਲ ਹੀ ਰਬਾਬ ਦੀਆਂ ਤਾਰਾਂ ਉਸੇ ਰਾਗ ਦੇ ਅੰਦਰ ਛੇੜ ਲੈਂਦੇ ਹਨ। ਕਿੰਨਾ ਉਹਨਾਂ ਨੂੰ ਮਾਲਕ ਸੱਚੇ ਪਾਤਸ਼ਾਹ ਪਰਿਪੂਰਨ ਪਰਮਾਤਮਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰੋਂ ਇਹਨਾਂ ਰਾਗਾਂ ਦਾ ਕਿਤਨਾ ਗਿਆਨ ਮਾਲਕ ਨੇ ਬਖਸ਼ਿਆ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਪਾਤਸ਼ਾਹ ਜਿਹੜਾ ਸ਼ਬਦ ਗਾਉਂਦੇ ਹਨ, ਉਸੇ ਰਾਗ ਦੇ ਅੰਦਰ ਭਾਈ ਮਰਦਾਨਾ ਸਾਹਿਬ ਜੀ ਆਪਣਾ ਰਾਗ ਦੀਆਂ ਤਾਰਾਂ, ਰਬਾਬ ਦੀਆਂ ਤਾਰਾਂ ਉਸੇ ਤਰ੍ਹਾਂ ਛੇੜ ਲੈਂਦੇ ਹਨ। ਭਾਈ ਮਰਦਾਨਾ ਸਾਹਿਬ ਜੀਆਂ ਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਛੇੜੋ ਰਬਾਬ ਦੀ ਤਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਸੰਤ ਹਿੰਡੋਲ ਦੇ ਅੰਦਰ ਸ਼ਬਦ ਪ੍ਰਾਰੰਭ ਕਰਦੇ ਹਨ। 9 7 14 3 4 ਕਰ ਮੈਲਤ ਚਾਰ ਬਾਲੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਪਰਿਪੂਰਨ ਆਤਮਾ, ਆ ਵੇਖ ਤੇਰਾ ਪਸਾਰਾ। 9 ਖੰਡ, 7 ਦੀਪ, 14 ਲੋਕ, 3 4 ਕਰ ਮਹਿਲਤ ਚਾਰ ਬਹਾਲੀ। ਇਹ ਤੁਸਾਂ ਨੇ ਧਰਤੀ ਆਪ ਜੀਆਂ ਨੇ ਸਾਜੀ ਹੈ। ਇਹ ਤੁਸਾਂ ਨੇ ਮਹਿਲਤ ਤੋਂ ਭਾਵ ਇਹ ਧਰਤੀ ਆਪ ਜੀਆਂ ਨੇ ਇਸ ਪ੍ਰਕਾਰ ਨਾਲ ਸਾਜੀ ਹੈ। ਚਾਰੇ ਦੀਵੇ ਕਿਉਂ ਹੱਥ ਦੀਏ, ਏਕਾ ਏਕਾ ਵਾਰੀ। ਸਾਰਿਆਂ ਦੇ ਆਪੋ ਆਪਣੇ ਯੁੱਗ ਦੇ ਅੰਦਰ ਇੱਕ ਇੱਕ ਜਿਹੜਾ ਵੇਦ ਸੀ, ਆਪ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪਰਿਪੂਰਨ ਪਰਮਾਤਮਾ ਆਪ ਜੀਆਂ ਨੇ ਦੇ ਦਿੱਤਾ। ਉਹ ਦੀਪਕ ਆਪ ਜੀਆਂ ਨੇ ਉਹਨਾਂ ਵਾਰੀਆਂ ਅੰਦਰ ਦਿੱਤਾ ਹੈ। ਮਿਹਰਵਾਨ ਮਧੁਸੂਦਨ ਮਾਧੋ ਐਸੀ ਸਖਤ ਤੁਮਾਰੀ। ਹੇ ਪਰਿਪੂਰਨ ਆਤਮਾ, ਇਹ ਆਪ ਜੀਆਂ ਦੀ ਸ਼ਕਤ ਹੈ, ਆਪ ਜੀਆਂ ਦੇ ਅੰਦਰ, ਆਪ ਜੀਆਂ ਦੇ ਹੱਥ ਦੀ ਇਹ ਤਾਕਤ ਹੈ। ਜਿਹੜਾ ਪਹਿਲਾ ਇੱਥੋਂ ਦਾ ਰਾਜ ਸੀ ਉਹ ਹੋਰਨਾਂ ਦਾ ਰਾਜ। ਇਹ ਪਾਤਸ਼ਾਹ, ਜੇ ਤੂੰ ਹੁਣ ਇਸਲਾਮ ਦਾ ਰਾਜ ਸਾਰੇ ਪਾਸੇ ਕਰ ਦਿੱਤਾ, ਇਹਦੇ ਅੰਦਰ ਆਪ ਜੀਆਂ ਦੇ ਹੱਥ ਦੀ ਤਾਕਤ ਹੈ। ਸਾਡੇ ਹੱਥ ਕੀ ਇਹਦੇ ਅੰਦਰ। ਮਿਹਰਵਾਨ ਮਧੂਸੂਦਨ ਮਾਧੋ ਐਸੀ ਸਖਤ ਤੁਮਾਰੀ। ਆਪ ਜੀਆਂ ਦੇ ਹੱਥ ਦੀ ਤਾਕਤ ਸ਼ਕਤੀ ਹੈ। ਰਹਾਉ ਕਰ ਕਰ ਲਸਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ। ਹਰ ਘਰ ਦੇ ਅੰਦਰ ਲਸ਼ਕਰ ਤੇਰਾ
ਘਰ ਘਰ ਲਸ਼ਕਰ ਪਾਵਕ ਤੇਰਾ। ਹਰ ਘਰ ਦੇ ਅੰਦਰ ਆਪ ਜੀਆਂ ਦੀ ਪਾਵਕ, ਆਪ ਜੀਆਂ ਦੀ ਜੋਤ ਹਰ ਇੱਕ ਸਰੀਰ ਦੇ ਅੰਦਰ ਵਰਤ ਰਹੀ ਹੈ। ਇਸ ਪਾਵਨ ਪਵਿੱਤਰ ਮੁਬਾਰਕ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਜਿਹੜਾ ਉਸ ਵਕਤ ਦਾ ਵਰਤਾਰਾ ਵਾਪਰ ਰਿਹਾ ਸੀ, ਮਹਾਰਾਜ ਜੀਆਂ ਨੇ ਉਹ ਜਿਹੜਾ ਦ੍ਰਿਸ਼ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਖਿੱਚ ਦਿੱਤਾ। ਜਿਹੜਾ ਉਹਨਾਂ ਦਿਨਾਂ ਦੇ ਅੰਦਰ ਜਦੋਂ ਸਨਾਤਨ ਮਤ ਵਾਲੇ ਹਿੰਦੂ ਵੀਰ ਕਿਤੇ ਤੀਰਥਾਂ ਦੇ ਉੱਪਰ ਰਟਨ ਕਰਨ ਜਾਂਦੇ ਸਨ, ਉਹਨਾਂ ਉੱਪਰ ਟੈਕਸ ਲੱਗ ਗਿਆ ਸੀ। ਕਹਿੰਦੇ ਭਾਈ ਟੈਕਸ ਦਿਓ ਸਾਨੂੰ, ਸਾਡਾ ਬਣਦਾ। ਕੇਵਲ ਦੇਵਤਿਆਂ ਕਰ ਚਾਲਾ, ਐਸੀ ਕੀਰਤ ਚਾਲੀ, ਐਸੀ ਉਸ ਵਕਤ ਕੀਰਤੀ ਚੱਲੀ ਸੀ। ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇੱਕ ਪਾਵਨ ਪਵਿੱਤਰ ਸ਼ਬਦ ਹੈ। ਸਾਧ ਸੰਗਤ ਜੀਓ ਕੁਝ ਸ਼ਬਦ ਐਸੇ ਪਾਵਨ ਪਵਿੱਤਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਹਨ, ਜਿਹੜੇ ਨਾਲ ਨਾਲ ਉਸ ਵਕਤ ਦੇ ਇਤਿਹਾਸ ਨੂੰ ਵੀ ਨਾਲ ਨਾਲ ਦੱਸਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਸ ਵਕਤ ਪ੍ਰਥਮ ਆਏ ਕੁਲਖੇਤ, ਕੁਰੂਕਸ਼ੇਤਰ ਦਾ ਨਾਮ ਜਦੋਂ ਮਹਾਰਾਜ ਜੀ ਕੁਲਖੇਤ ਗਏ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਦਾ ਜ਼ਿਕਰ ਸ਼ਬਦ ਦੇ ਅੰਦਰ ਕੀਤਾ। ਜਦੋਂ ਸਤਿਗੁਰੂ ਜੀ ਸੁਰਸਰੀ ਗੰਗਾ ਦੇ ਕਿਨਾਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਂਦੇ ਹਨ, ਉੱਥੇ ਉਸ ਵਕਤ ਇੱਕ ਪੁਲ ਦੇ ਉੱਪਰ ਬੈਠ ਕੇ ਟੈਕਸ ਲੈਂਦੇ ਸਨ। ਕਹਿੰਦੇ ਤੁਸੀਂ ਸਾਡਾ ਜਿਹੜਾ ਟੈਕਸ ਬਣਦਾ ਹੈ ਤੁਸੀਂ ਸਾਡਾ ਟੈਕਸ ਦਿਓ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਅੰਦਰ ਰਾਗ ਤੁਖਾਰੀ ਅੰਦਰ ਦੱਸਦੇ ਹਨ। ਉਹ ਕਹਿੰਦੇ ਜਦੋਂ ਉਹਨਾਂ ਨੇ ਟੈਕਸ ਪੁੱਛਿਆ ਵੀ ਸਾਡਾ ਬਣਦਾ, ਤੁਸੀਂ ਟੈਕਸ ਦਿਓ, ਸਾਰੇ ਕਹਿਣ ਵੀ ਅਸੀਂ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਆਏ ਹਾਂ। ਜਿਹੜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਨਾਮ ਲਵੇ ਉਹਨਾਂ ਕੋਲੋਂ ਟੈਕਸ ਨਹੀਂ ਸਨ ਲੈਂਦੇ। ਜਿਹੜਾ ਨਹੀਂ ਸੀ ਨਾਮ ਲੈਂਦਾ ਕਹਿੰਦੇ ਤੁਸੀਂ ਜਾ ਰਹੇ ਹੋ ਯਾਤਰਾ, ਤੁਸੀਂ ਸਾਨੂੰ ਟੈਕਸ ਦਿਓ। ਜਿਨ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਨਾਮ ਲਿਆ ਉਹਨਾਂ ਕੋਲੋਂ ਕਿਸੇ ਨੇ ਕੋਈ ਟੈਕਸ ਨਾ ਲਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਕਹਿੰਦੇ ਫਿਰ ਉਸ ਦਿਨ ਕੀ ਵਾਪਰਿਆ? ਕਹਿੰਦੇ ਉਹ ਆਪੋ ਆਪਣੀਆਂ ਗੋਲਕਾਂ ਉੱਥੋਂ ਚੁੱਕ ਕੇ ਨੱਠ ਗਏ, ਕਿਉਂਕਿ ਕਿਸੇ ਨੇ ਕੋਈ ਟੈਕਸ ਨਾ ਦਿੱਤਾ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦਾ ਇੱਕ ਐਸਾ ਸਿਧਾਂਤ ਜਿਹੜਾ ਜ਼ੁਲਮੀ ਰਾਜ ਦੇ ਸਾਹਮਣੇ ਖਲੋਤਾ ਹੈ। ਭਾਵੇਂ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਉਸ ਵਕਤ ਦੀ ਉਹ ਸਾਖੀ ਘਟਨਾ ਹੋਵੇ, ਭਾਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਜੀਵਨ ਦੇ ਵਿੱਚੋਂ ਹੋਵੇ। ਮਹਾਰਾਜ ਕਹਿੰਦੇ ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਘਰੇ ਸਿਕਦਾਰੀ। ਹੈ ਪਾਤਸ਼ਾਹ ਹਰ ਇੱਕ ਘਰ ਦੇ ਅੰਦਰ ਤੇਰੀ ਜੋਤ ਵਰਤ ਰਹੀ ਹੈ ਤਥਾ ਧਰਮ ਉਹ ਸਿਰਦਾਰ ਹੈ। ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਜੋ ਕਿਛ ਪਾਇਆ ਸੋ ਏਕਾ ਵਾਰ। ਧਰਤੀ ਦੇਗ ਮਿਲੇ ਇੱਕ ਵੇਰਾ, ਆਪ ਜੀਆਂ ਨੇ ਆ ਦੇਗ ਬਣਾ ਦਿੱਤੀ। ਦੇਗ ਦੇ ਵਿੱਚੋਂ ਸਾਰੇ ਵੰਡ ਕੇ ਛਕਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਪ ਜੀਆਂ ਨੇ ਆ ਦੇਗ ਰੂਪੀ ਧਰਤੀ ਸਾਜ ਦਿੱਤੀ, ਇਹਦੇ ਵਿੱਚੋਂ ਜੀਵ ਛਕ ਰਹੇ ਨੇ। ਭਾਗ ਤੇਰਾ ਭੰਡਾਰੀ, ਤੇ ਭੰਡਾਰੀ ਕੀ ਹੈ? ਜਿਹੜੇ ਜੀਆਂ ਦੇ ਮੱਥੇ ਉੱਪਰ ਤੁਸਾਂ ਨੇ ਉਹਨਾਂ ਦੇ ਭਾਗ ਲਿਖ ਦਿੱਤੇ। ਕਿਸੇ ਨੂੰ ਕਿੰਨਾ ਮਿਲ ਗਿਆ, ਕਿਸੇ ਨੂੰ ਕਿੰਨਾ ਮਿਲ ਗਿਆ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਮਾਲਕ ਜੀ ਇੱਕ ਦਾਤੇ ਇੱਕ ਭਿਖਾਰੀ ਜੀ, ਇੱਕ ਭਿਖਾਰੀ ਨੇ ਇੱਕ ਵੰਡਣ ਵਾਲੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਤੇਰੇ ਚੋਜ ਵਡਾਣਾ। ਭਾਗ ਤੇਰਾ ਭੰਡਾਰੀ। ਮਾਲਕ ਜੀ ਜਿਹੜੇ ਉਹਨਾਂ ਦੇ ਮੱਥੇ ਉੱਪਰ ਇਹ ਭਾਗ ਨੇ ਉਹ ਭੰਡਾਰੀ ਹੈ। ਨਾ ਸਾਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ। ਨਾ ਸ਼ੁਕਰੇ ਦੁਬਾਰਾ ਫਿਰ ਮੰਗਦੇ ਹਨ। ਨਾਰਦ ਕਰੇ ਖੁਆਰੀ, ਤੇ ਲਾਲਚੀ ਮਨੁਆ ਫਿਰ ਉਹ ਖੁਆਰੀ ਕਰਦਾ ਹੈ। ਲੱਭ ਅਧੇਰਾ ਬੰਦੀ ਖਾਨਾ, ਔਗਣ ਪੈਰ ਲੋਹਾਰੀ। ਪੈਰਾਂ ਵਿੱਚ ਔਗਣਾਂ ਦੇ ਸੰਗਲ ਪੈ ਗਏ। ਲੱਭ ਅੰਧੇਰਾ ਬਣਿਆ ਹੋਇਆ ਹੈ ਜਿਨੇ ਜੀਵ ਨੂੰ ਜਕੜਿਆ ਹੋਇਆ ਹੈ। ਪੂੰਜੀ ਮਾਰ ਪਵੇ ਨਿਤ ਮੁਦਗਰ, ਪਾਪ ਕਰੇ ਕੋਟਵਾਰੀ। ਤੇ ਹੁਣ ਜੋ ਕੋਤਵਾਲੀ ਕਰ ਰਿਹਾ ਹੈ ਉਹ ਜੀਆਂ ਦੇ ਮੱਥੇ ਉੱਪਰ ਜੋ ਪਾਪ ਹੈ ਉਹ ਕੋਤਵਾਲੀ ਕਰ ਰਿਹਾ ਹੈ। ਜੋ ਜੀਆਂ ਦੇ ਮੱਥੇ ਉੱਪਰ ਜੋ ਜੀਆਂ ਨੇ ਜਿਹੜੇ ਪਾਪ ਕਮਾਏ ਹੋਏ ਹਨ ਉਹ ਇੱਕ ਕੋਤਵਾਲ ਦੀ ਡਿਊਟੀ ਨਿਭਾ ਰਿਹਾ ਹੈ। ਭਾਵੇਂ ਚੰਗਾ ਭਾਵੇਂ ਮੰਦਾ,
ਜੈਸੀ ਨਦਰ ਤੁਮਾਰੀ। हे ਮੇਰੇ ਪਾਤਸ਼ਾਹ, ਭਾਵੇਂ ਚੰਗਾ ਭਾਵੇਂ ਮੰਦਾ, ਇਹ ਪਰਿਪੂਰਨ ਪਰਮਾਤਮਾ ਆਪ ਜੀ ਜਾਣਦੇ ਹੋ ਕਿਵੇਂ ਠੀਕ ਹੈ ਕਿਵੇਂ ਗਲਤ ਹੈ। ਆਦ ਪੁਰਖ ਕੋ ਅੱਲੋ ਕਹੀਐ, ਦੇਖਾਂ ਆਈ ਵਾਰੀ। ਕਹਿੰਦੇ ਪਹਿਲਾਂ ਪਰਿਪੂਰਨ ਪਰਮਾਤਮਾ ਨੂੰ ਆਦਿ ਪੁਰਖ ਕਹਿੰਦੇ ਸਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਹੁਣ ਵਿਚਰ ਰਹੇ ਨੇ, ਹੁਣ ਹੌਲੀ ਹੌਲੀ ਸਾਰੇ ਪਾਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਵੇਲੇ ਬਾਬਰ ਨੇ ਆਣ ਕੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਉਸ ਵਕਤ ਜਿਹੜਾ ਰਾਜ ਸੀ ਆਪਣਾ ਸਥਾਪਿਤ ਕੀਤਾ ਅਰਬ ਦੇਸ਼ ਤੋਂ ਆ ਕੇ। ਮਹਾਰਾਜ ਕਹਿੰਦੇ ਆਦਿ ਪੁਰਖ ਕੋ ਅੱਲਾਹ ਕਹੀਐ, ਸ਼ੇਖਾਂ ਆਈ ਵਾਰੀ। ਕਹਿੰਦੇ ਪਹਿਲਾਂ ਪਰਮਾਤਮਾ ਨੂੰ ਆਦਿ ਪੁਰਖ ਕਹਿ ਕੇ ਸੰਬੋਧਨ ਕਰਦੇ ਸਨ, ਹੁਣ ਉਸੇ ਪਰਮਾਤਮਾ ਨੂੰ ਅੱਲਾ ਅੱਲਾ ਕਹਿ ਕੇ ਪੁਕਾਰਨ ਲੱਗ ਪਏ। ਹੁਣ ਇਹਨਾਂ ਦੀ ਵਾਰੀ ਆਈ ਹੈ। ਦੇਵਲ ਦੇਵਤਿਆਂ ਕਰ ਲਾਗਾ, ਐਸੀ ਕੀਰਤ ਚਾਲੀ। ਹੁਣ ਕੀਰਤ ਦਾ ਕੰਮ ਐਸਾ ਚੱਲ ਪਿਆ ਕਿ ਹੁਣ ਇਹਨਾਂ ਦਿਵਾਲਿਆਂ ਦੇ ਉੱਪਰ ਟੈਕਸ ਲੱਗਣਾ ਸ਼ੁਰੂ ਹੋ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਨੇ ਜਿਹੜਾ ਆਪਾਂ ਪੜ੍ਹਨੇ ਨਾ ਜਜੀਆ ਟੈਕਸ, ਸਤਿਗੁਰੂ ਜੀਆਂ ਨੇ ਜ਼ਿਕਰ ਕੀਤਾ ਅੱਜ ਦੇ ਸ਼ਬਦ ਵਿੱਚ। ਦੇਵਲ ਦੇਵਤਿਆਂ ਕਰ ਲਾਗਾ, ਉਹਨਾਂ ਉੱਪਰ ਟੈਕਸ ਲੱਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਐਸੀ ਕੀਰਤ ਚਾਲੀ, ਐਸਾ ਕੰਮ ਚੱਲ ਪਿਆ। ਪੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ। ਹੁਣ ਕਹਿੰਦੇ ਜੋ ਪਰਮਾਤਮਾ ਨੂੰ ਸਿਮਰਨ ਦਾ ਉਹ ਵੀ ਜਿਹੜਾ ਸੀ ਢੰਗ, ਉਹ ਵੀ ਤਰੀਕਾ ਬਦਲ ਗਿਆ। ਇਹਨਾਂ ਕੋਲ ਪੂਜਾ ਬਾਂਗ ਨਿਵਾਜ ਮੁਸੱਲਾ, ਤਥਾ ਜਿਹੜਾ ਇਹਨਾਂ ਦੇ ਹੁਣ ਵਸਤਰਾਂ ਦਾ ਰੰਗ ਉਹ ਵੀ ਚੇਂਜ ਹੋ ਗਿਆ, ਨੀਲਾ ਰੰਗ ਹੋ ਗਿਆ। ਕਰ ਕਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਤੇ ਕਹਿੰਦੇ ਹੁਣ ਤਾਂ ਇਹ ਆਪਣੇ ਘਰ ਦੇ ਅੰਦਰ ਘਰ ਕਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਕਹਿੰਦੇ ਵੱਡੀ ਗੱਲ, ਇਹਨਾਂ ਹਿੰਦਕੀ ਲੋਕਾਂ ਦੀ ਬੋਲੀ ਵੀ ਬਦਲ ਗਈ। ਹੁਣ ਤਾਂ ਆਪਣੇ ਘਰ ਵਿੱਚ ਪਿਤਾ ਨੂੰ ਵੀ ਮੀਆਂ ਜੀ ਕਹਿੰਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਬੋਲੀ ਵੀ ਬਦਲ ਗਈ ਇਹਨਾਂ ਦੀ, ਆਪਣੀ ਬੋਲੀ ਵੀ ਛੱਡ ਦਿੱਤੀ। ਇਹਨਾਂ ਦਾ ਜ਼ਿਕਰ ਕਰ ਰਹੇ ਨੇ ਪਾਤਸ਼ਾਹ, ਜਿਹੜੇ ਇੱਥੋਂ ਦੇ ਪਹਿਲਾਂ ਵਸਣ ਵਾਲੇ ਜਿਹੜੇ ਹਿੰਦੂ ਲੋਕ ਸਨ। ਬਾਬਰ ਦੇ ਆਉਣ ਤੋਂ ਪਹਿਲਾਂ ਦੀ ਇਹ ਘਟਨਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸ ਰਹੇ ਨੇ। ਕਹਿੰਦੇ ਇਹਨਾਂ ਲੋਕਾਂ ਨੇ ਤਾਂ ਆਪਣੀ ਬੋਲੀ ਵੀ ਛੱਡ ਦਿੱਤੀ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਇਹ ਹੁਣ ਇਸਲਾਮ ਮਤ ਵਾਲੀ ਜਿਹੜੀ ਬੋਲੀ ਹੁਣ ਉਹ ਆਏ ਨੇ। ਹੁਣ ਜਿਵੇਂ ਉਹਨਾਂ ਨੇ ਬੋਲਣਾ ਆਣ ਕੇ ਸ਼ੁਰੂ ਕੀਤਾ, ਕਿਉਂਕਿ ਉਹਨਾਂ ਨੇ ਨੌਕਰੀ ਕੀਤੀ ਇਸਲਾਮ ਮਤ ਵਾਲਿਆਂ ਦੇ ਕੋਲ, ਤੇ ਨੌਕਰੀ ਕਰਦਿਆਂ ਜਿਹੜੀ ਉਹਨਾਂ ਦੀ ਬੋਲੀ ਸੀ ਉਹ ਬੋਲੀ ਹੁਣ ਇਹਨਾਂ ਨੇ ਬੋਲਣੀ ਸ਼ੁਰੂ ਕਰ ਦਿੱਤੀ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਵੱਡੀ ਗੱਲ ਮਹਾਰਾਜ ਕਹਿੰਦੇ ਇਹਨਾਂ ਨੇ ਆਪਣੀ ਬੋਲੀ ਵੀ ਛੱਡ ਦਿੱਤੀ। ਸਾਧ ਸੰਗਤ ਜੀਓ, ਚੱਲ ਰਹੀ ਕਥਾ ਵਿਚਾਰ ਦੇ ਅੰਦਰ ਚਿੱਤ ਨਹੀਂ ਕਰਦਾ ਕਿ ਰੁਕ ਕੇ ਕੁਝ ਇੱਕ ਪ੍ਰਸੰਗ ਆਪਣੇ ਵੱਲੋਂ ਕਹੇ ਜਾਣ, ਪਰ ਜਿੱਥੇ ਜਿੱਥੇ ਜ਼ਰੂਰੀ ਹੁੰਦਾ ਹੈ ਉੱਥੇ ਆਪਾਂ ਥੋੜਾ ਜਿਹਾ ਵਿਸਥਾਰ ਦੇ ਨਾਲ ਕੋਈ ਬਚਨ ਵਿਲਾਸ ਜਿਹੜੇ ਹੁੰਦੇ ਹਨ ਉਹ ਆਪਾਂ ਜ਼ਰੂਰੀ ਕਰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਚਿੱਤ ਹੁੰਦਾ ਹੈ ਲਗਾਤਾਰ ਉਹ ਚੱਲਦੀ ਜਾਏ, ਇੱਕ ਰਸ ਨਿਰੰਤਰ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੀ ਆਪਾਂ ਉਸਤਤੀ ਕਰ ਸਕੀਏ। ਜਿੱਥੇ ਜ਼ਰੂਰੀ ਹੁੰਦਾ ਹੈ ਉੱਥੇ ਆਪਾਂ ਰੁਕ ਕੇ ਕੋਈ ਵਿਚਾਰ ਕਰਦੇ ਹਾਂ। ਸਤਿਗੁਰੂ ਜੀ ਪਾਵਨ ਪਵਿੱਤਰ ਗੋਦ ਦੇ ਅੰਦਰ ਬੈਠੇ ਹਾਂ। ਇੱਥੇ ਨਾ ਇੱਕ ਦਿਨ ਇੱਕ ਮਾਈ ਮਹਾਰਾਜ ਜੀਆਂ ਦੇ ਸਥਾਨਾਂ ਤੇ ਲੈ ਕੇ ਆਈ ਕਾਰਡ। ਕਹਿੰਦੇ ਬਾਬਾ ਜੀ ਬੱਚੇ ਦੀ ਨਾ ਸ਼ਾਦੀ ਹੈ, ਅਰਦਾਸ ਕਰੋ। ਮੈਂ ਕਾਰਡ ਵੇਖਿਆ ਭਾਈਓ, ਮੈਂ ਕਿਹਾ ਮਾਤਾ ਜੀ ਤਾਂ ਦੱਸ ਦਿਓ ਨਾਂ ਹੈ ਅਰਦਾਸ ਦਾ। ਕਹਿੰਦੇ ਕਾਰਡ ਦੇ ਉੱਪਰ ਥੋੜਾ ਜਿਹਾ ਆਪਣੇ ਵੱਲੋਂ ਵੀ ਅੰਗਰੇਜ਼ੀ ਘੱਟ ਆਉਂਦੀ। ਮਾਈ ਕਹਿੰਦੀ ਤਾਂ ਮੈਨੂੰ ਭਾਈ ਜੇ ਆਉਂਦੀ ਤੁਹਾਨੂੰ ਵੀ ਨਹੀਂ, ਜਿਹਨੂੰ ਕਾਰਡ ਦੇਣਾ ਹੈ ਆਉਂਦੀ ਉਹਨੂੰ ਵੀ ਨਹੀਂ, ਤੇ ਅੰਗਰੇਜ਼ੀ ਵਿੱਚ ਛਾਪਿਆ ਕਿਉਂ ਹੈ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਈ ਜਿੱਥੇ ਜਾਣਾ ਅੰਗਰੇਜ਼ਾਂ ਨੂੰ ਤਾਂ ਕਾਰਡ ਵੰਡਣਾ ਨਹੀਂ, ਤਾਂ ਹੋਵੇ ਵੀ ਅੰਗਰੇਜ਼ਾਂ ਨੂੰ ਵੀ ਕਾਰਡ ਵੰਡਣੇ ਹਨ ਜਿਹੜੇ ਆਪਾਂ ਅੰਗਰੇਜ਼ੀ ਵਿੱਚ ਛਪਾਏ ਹਨ। ਹੁਣ ਇਹ ਵੱਡੀ ਗੱਲ ਹੈ ਸਾਧ ਸੰਗਤ, ਉਹ ਮੇਰੀ ਬੇਨਤੀ ਇਸ ਤਰੀਕੇ ਨਾਲ, ਕਿਉਂਕਿ ਮੰਨ ਲਓ ਜੇ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਮੁਖੀ ਛੱਡ ਦਿੱਤੀ, ਘਰ ਘਰ ਮੀਆਂ ਸਭਨਾ ਜੀਆਂ, ਪਾਤਸ਼ਾਹ ਸਾਡੇ ਵੱਲ ਵੀ ਵੇਖ ਕੇ ਕਹਿਣਗੇ ਇਹਨਾਂ ਨੇ ਵੀ ਛੱਡ ਦਿੱਤੀ ਹੈ, ਆਪਣੇ ਬੋਲ ਛੱਡ ਦਿੱਤੇ, ਆਪਣੀ ਬੋਲੀ ਛੱਡ ਦਿੱਤੀ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦਾ ਜੇ ਰਸ ਆਨੰਦ ਮਾਨਣਾ ਹੈ, ਜ਼ਰੂਰੀ ਹੈ ਵੀ ਪਹਿਲਾਂ ਗੁਰਮੁਖੀ ਦੇ ਅੰਦਰ ਉਹਨੂੰ ਸ਼ਬਦ ਜਿਹੜੇ ਹਨ ਉਹ ਸਿੱਖਣੇ ਪੈਣਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀਆਂ ਦੀ ਜੇ ਪਾਵਨ ਪਵਿੱਤਰ ਬਾਣੀ ਪੜ੍ਹਨੀ ਹੈ ਨਾ, ਜ਼ਰੂਰੀ ਹੈ ਆਪਾਂ ਨੂੰ। ਹਾਂ ਪੜ੍ਹੋ, ਗਿਆਨ ਕੱਲਾ ਇੱਕ ਭਾਸ਼ਾ ਕੀ, ਵੱਧ ਤੋਂ ਵੱਧ ਹੋਰ ਪੜ੍ਹੋ, ਭਾਵੇਂ ਉਹ ਫ੍ਰੈਂਚ ਹੋਵੇ, ਭਾਵੇਂ ਕੋਈ ਹੋਰ ਇਟਾਲੀਅਨ ਭਾਸ਼ਾ ਹੋਵੇ, ਪੜ੍ਹੋ ਭਾਈ ਸਾਰੀਆਂ, ਵੱਧ ਤੋਂ ਵੱਧ ਉਹਨਾਂ ਦਾ ਗਿਆਨ ਹਾਸਲ ਕਰੋ। ਪਰ ਪ੍ਰਧਾਨਤਾ ਜੋ ਹੈ ਉਹ ਆਪਣੀ ਬੋਲੀ ਨੂੰ ਆਪਾਂ ਆਪਣੇ ਘਰ ਵਿੱਚ, ਘਰ ਘਰ ਮੀਆਂ ਸਭਨਾ ਜੀਆਂ। ਹੁਣ ਜਿਹੜੇ ਵੀ ਆਪਾਂ ਸਰੀਰ ਬੈਠੇ ਹਾਂ, ਕੋਸ਼ਿਸ਼ ਕਰੀਏ ਵੀ ਜਦੋਂ ਕੋਈ ਬੱਚੇ ਬੱਚੀ ਦੇ ਵਿਆਹ ਦਾ ਕੋਈ ਕਾਰਡ ਹੋਵੇ, ਕੋਸ਼ਿਸ਼ ਕਰੋ ਵੀ ਜਦੋਂ ਵੰਡਣਾ ਆਪਾਂ ਆਪਣੇ ਘਰਾਂ ਵਿੱਚ ਵੰਡਣਾ ਹੈ। ਸਾਰੇ ਪੰਜਾਬੀ ਜਾਣਦੇ ਨੇ, ਜਾਂ ਤਾਂ ਕੋਈ ਦੂਰ ਕੋਈ ਖਾਸ ਤੌਰ ਤੇ ਕੋਈ ਵਿਦੇਸ਼ ਦੇ ਵਿੱਚ ਕਾਰਡ ਹੋਣੇ ਹਨ, ਜਾਂ ਅੰਗਰੇਜ਼ਾਂ ਨੂੰ ਵੰਡਣੇ ਨੇ ਭਾਈ, ਫਿਰ ਤਾਂ ਭਾਈ ਆਪਾਂ ਅੰਗਰੇਜ਼ੀ ਵਿੱਚ ਵੀ ਵੰਡ ਕੇ ਛਪਵਾ ਦਈਏ। ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਆਪਾਂ ਆਪਣੀ ਬੋਲੀ ਦੇ ਉੱਪਰ ਜ਼ਰੂਰ ਪਹਿਰਾ ਦਈਏ। ਚੱਲ ਰਹੀ ਵਿਚਾਰ ਦੇ ਅੰਦਰ ਕਿਸੇ ਦੇ ਗ੍ਰਹਿ ਸਾਧ ਸੰਗਤ ਜੋ ਗੁਰਮੁਖਾਂ ਨੇ ਪ੍ਰਸ਼ਾਦੇ ਤੇ ਸੱਦਿਆ, ਬੱਚਾ ਸੀ ਮੇਰਾ ਖਿਆਲ ਉਹ 8-10 ਸਾਲ ਦਾ। ਭਾਈ ਸਾਹਿਬ ਜੀਆਂ ਨੇ ਉਹ ਜਿਸ ਵਕਤ ਵੰਡ ਰਹੇ ਭੋਜਨ ਪ੍ਰਸ਼ਾਦ, ਕਹਿੰਦੇ ਭਾਈ ਖੀਰਾ ਰੱਖ ਦਿਓ ਪ੍ਰਸ਼ਾਦ ਦੇ ਅੰਦਰ। ਬੱਚੇ ਨੂੰ ਨਾ ਪਤਾ ਲੱਗਾ, ਦੱਸਿਆ ਪਤਾ ਲੱਗਾ, ਕਹਿੰਦੇ ਕੁਕੁੰਬਰ ਰੱਖ ਦਿਓ। ਇਹ ਗੱਲ ਭਾਵੇਂ ਕਿ ਆਪਾਂ ਇਸ ਨੂੰ ਥੋੜਾ ਜਿਹਾ ਹਾਸੇ ਵਿੱਚ ਪਾ ਲਈਏ, ਪਰ ਇਹ ਬੜੀ ਗਹਿਰ ਗੰਭੀਰ ਹੈ, ਇਹ ਬੜੀ ਜ਼ਰੂਰੀ। ਸਤਿਗੁਰੂ ਜੀ ਦਾ ਜਦੋਂ ਜਿਸ ਵਕਤ ਪਾਵਨ ਪਵਿੱਤਰ ਸ਼ਬਦ ਦੇ ਦੀਦਾਰ ਕੀਤੇ, ਘਰ ਘਰ ਮੀਆਂ ਸਭਨਾ ਜੀਆਂ, ਇਹ ਪੰਕਤੀ ਜ਼ਰੂਰ ਆਪਾਂ ਹਿਰਦੇ ਵਿੱਚ ਵਸਾ ਲਈਏ। ਮਹਾਰਾਜ ਜੀਆਂ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ। ਮਹਾਰਾਜ ਕਹਿੰਦੇ ਭਾਈ ਇਹਨਾਂ ਨੇ ਬੋਲੀ ਵੀ ਛੱਡ ਦਿੱਤੀ ਹੈ। ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ। हे परिपूर्ण परमात्मा, ਕੁਦਰਤ ਕੌਣ ਹਮਾਰੀ, ਸਾਡੀ ਕੀ ਤਾਕਤ ਹੈ ਜੇ ਤੁਸੀਂ ਹੁਣ ਰਾਜ ਬਦਲਣ ਵਿੱਚ ਆਏ ਹੋ। ਜੇ ਤੂੰ ਮੀਰ ਮਹੀਪਤ ਸਾਹਿਬ, हे परिपूर्ण परमात्मा, ਜੇ ਹੁਣ ਇਹ ਇਸਲਾਮੀ ਰਾਜ ਸਥਾਪਿਤ ਹੋ ਰਿਹਾ ਹੈ, ਕੁਦਰਤ ਕੌਣ ਹਮਾਰੀ, ਸਾਡੀ ਕੀ ਤਾਕਤ ਹੈ। ਚਾਰੇ ਕੁੰਟ ਸਲਾਮ ਕਰੇਗੇ, ਘਰ ਘਰ ਸਿਫਤ ਤੁਮਾਰੀ। हे परिपूर्ण परमात्मा, ਆਪ ਜੀਆਂ ਨੂੰ ਹਰ ਘਰ ਦੇ ਵਿੱਚੋਂ ਹੀ ਆਪ ਜੀਆਂ ਨੂੰ ਲੋਕ ਸਿਰ ਨਵਾਉਣਗੇ। ਤੀਰਤ ਸਿਮਰਤ ਪੁੰਨ ਦਾਨ ਕਿਛ, ਲਾਹਾ ਮਿਲੇ ਦਿਹਾੜੀ। ਇਹਨਾਂ ਵਿੱਚੋਂ ਤੀਰਤ ਸਿਮਰਤ ਪੁੰਨ ਦਾਨ ਭਾਵ ਇਹਨਾਂ ਵਿੱਚੋਂ ਕੋਈ ਬਹੁਤਾਤ ਦੇ ਅੰਦਰ ਵੱਡਾ ਲਾਹਾ ਨਹੀਂ ਨਸੀਬ ਹੋਣ ਵਾਲਾ। ਨਾਨਕ ਨਾਮ ਮਿਲੇ ਵਡਿਆਈ, ਮੋਕਾ ਘੜੀ ਸੰਭਾਲੀ। ਨਾਨਕ ਨਾਮ ਮਿਲੇ ਵਡਿਆਈ, ਮੇਕਾ ਘੜੀ ਸੰਭਾਲੀ। हे परिपूर्ण परमात्मा, ਇਹਨਾਂ ਵਿੱਚੋਂ ਇਹਨਾਂ ਦਾ ਤਾਂ ਕਿਤਨਾ ਕੁ ਲਾਹਾ ਹੋਣਾ ਹੈ। ਤੀਰਥਾਂ ਉੱਪਰ ਰਟਨ ਕਰਨ ਦਾ, ਕੇਵਲ ਦਾਨ ਪੁੰਨ ਦਾ, ਵੱਡੀ ਵਡਿਆਈ ਤਾਂ ਪਰਿਪੂਰਨ ਪਰਮਾਤਮਾ ਆਪ ਜੀਆਂ ਦੇ ਨਾਮ ਵਿੱਚ ਵੱਡੀ ਵਡਿਆਈ ਹੈ। हे परिपूर्ण परमात्मा, ਵੱਡੀ ਵਡਿਆਈ ਤੇਰੇ ਨਾਮ ਦੀ ਹੈ। ਦੋਹਰਾ ਨੌਖੰਡ ਉਹ ਸਤ ਦੀਪ, ਜੋ 14 ਪੁਰੀ ਬਣਾਏ। हे परिपूर्ण परमात्मा, ਜੋ ਆਪ ਜੀਆਂ ਨੇ 9 ਖੰਡ ਤਥਾ 7 ਦੀਪ ਇਹ 14 ਪੁਰੀਆਂ ਬਣਾਈਆਂ ਹਨ। ਤੀਨ ਗੁਣ ਕਿਉ ਵੇਦ ਕਰ ਰਾਖੀ ਰਚਨ ਰਚਾਏ। ਇਹ ਸਾਰੇ ਪਾਸੇ ਆਪ ਜੀਆਂ ਨੇ, ਇਹ ਤਿੰਨੇ ਲੋਕ ਚਾਰੇ ਵੇਦ ਆਪ ਜੀਆਂ ਨੇ ਸਾਜੇ ਹਨ। ਚੌ ਜੁਗ ਕੇ ਦੀਪਕ ਚਤਰ, ਕਰਤ ਉਜਾਲਾ ਵੇਦ। ਔਰ ਚਾਰੇ ਯੁਗਾਂ ਦੇ ਅੰਦਰ ਚਾਰੇ ਤੁਸਾਂ ਨੇ ਵੇਦ ਦੇ ਦਿੱਤੇ। ਬ੍ਰਹਮੇ ਕੀ ਰੱਖਿਆ ਨਮਿਤ, ਮਦ ਕੈਟਪ ਦੀਏ ਛੇਦ। ਔਰ ਆਪ ਜੀਆਂ ਨੇ ਮਦ ਕੈਟਪ ਨਾਮ ਦੇ ਦੈਂਤ ਨੂੰ ਮਾਰਿਆ। ਕਰ ਕਰ ਲਸ਼ਕਰ ਅਗਨ, ਜੋ ਧਰਮ ਰਾਏ ਸਿਕਦਾਰ। ਘਰ ਘਰ ਹਰ ਇੱਕ ਘਰ ਦੇ ਅੰਦਰ ਜੋ ਪਾਵਕ ਜੋਤ ਹੈ। ਧਰਤੀ ਤਾਪੀ ਦੇਗ ਕਰ, ਸਭ ਸੈ ਦੇ ਤੇ ਆਹਾਰ। ਔਰ ਦੇਗ ਰੂਪੀ ਧਰਤੀ ਜੋ ਸਾਰਿਆਂ ਦੇ ਵਾਸਤੇ ਆਹਾਰ ਦਾ ਕੰਮ ਕਰਦੀ ਹੈ। ਕਰਮ ਭੰਡਾਰੀ ਸੇ ਭਏ, ਜਸ ਕਰਹੀਂ ਤਸ ਦੇਜ। ਔਰ ਵੱਡੀ ਗੱਲ, ਕਰਮ ਭੰਡਾਰੀ ਬਣ ਗਏ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ।
ਕਰਮ ਭੰਡਾਰੀ ਬਣ ਗਏ ਮਹਾਰਾਜ। ਭੰਡਾਰੀ ਕਹਿੰਦੇ ਨੇ ਜਿਹੜੇ ਭੰਡਾਰੇ ਵਿੱਚੋਂ ਵੰਡਣ ਵਾਲਾ ਹੈ, ਤੇ ਜੀਆਂ ਨੂੰ ਕੌਣ ਵੰਡ ਰਿਹਾ ਹੈ? ਉਹਦੇ ਪ੍ਰਾਲਬੱਧ ਕਰਮ ਵੰਡ ਰਹੇ ਨੇ। ਕਰਮ ਭੰਡਾਰੀ ਮਹਾਰਾਜ ਕਹਿੰਦੇ ਸਤਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਾਲਕ ਜੀ ਕਰਮ ਭੰਡਾਰੀ ਬਣੇ ਹਨ। ਤ੍ਰਿਸ਼ਨਾ ਮੈਂ ਮਨ ਬਿਗੜ ਕੈ ਸਦਾ ਖੁਆਰ ਰਹੇ ਜੇ। ਔਰ ਤ੍ਰਿਸ਼ਨਾ ਦੇ ਅੰਦਰ ਹੀ ਜਿਹੜਾ ਮਨੁਆ ਹੈ, ਇਹ ਇਸ ਤ੍ਰਿਸ਼ਨਾ ਸੰਗ ਜੁੜ ਕੇ ਹਮੇਸ਼ਾ ਖੁਆਰ ਹੀ ਰਹਿੰਦਾ ਹੈ। ਜਿਹੜਾ ਹਮੇਸ਼ਾ ਨਾ ਸਬੂਰ ਹੋਇਆ ਹੈ, ਜਿਹੜਾ ਹਮੇਸ਼ਾ ਨਾ ਸ਼ੁਕਰਾ ਹੋਇਆ ਹੈ, ਜਿਹੜਾ ਕਹਿੰਦਾ ਹੈ ਮੈਨੂੰ ਆ ਨਹੀਂ ਮਿਲਿਆ, ਮੈਨੂੰ ਆ ਨਹੀਂ ਮਿਲਿਆ, ਮਿਲਿਆ ਹੋਏ ਦਾ ਸ਼ੁਕਰਾਨਾ ਨਹੀਂ ਕਰਦਾ। ਬਿਨ ਸੰਤੋਖ ਤਮ ਬੰਦ ਮੈਂ ਔਗਣ ਪਾਪ ਕਰੰਤ। ਬਿਨਾਂ ਸੰਤੋਖ ਤੋਂ ਜਿਹਦੇ ਕਾਰਨ ਫਿਰ ਇਹ ਅਨੇਕਾਂ ਪਾਪ ਕਰਦਾ ਹੈ। ਪਰ ਹੈ ਮੁਗਦਰ ਜਮੈ ਕੇ ਹੋਏ ਸਜਾਏ ਦੁਖਵੰਤ। ਔਰ ਜਦੋਂ ਫਿਰ ਇਹਦੇ ਸਿਰ ਦੇ ਅੰਦਰ ਜਮਾਂ ਦਾ ਇਹ ਡੰਡਾ ਵੱਜਦਾ ਹੈ, ਫਿਰ ਇਹਨੂੰ ਇਹ ਸਮਝ ਪੈਂਦੀ ਹੈ ਫਿਰ ਉਹ ਸਮਾਂ ਅਬ ਔਰ ਬਿਦ ਸੇਖਾਂ ਵਾਰੀ ਆਏ। ਕਹਿੰਦੇ ਹੁਣ ਉਹ ਸਮਾਂ ਬਦਲ ਗਿਆ, ਫਿਰ ਉਹ ਸਮਾਂ ਹੁਣ ਸਮਾਂ ਬਦਲ ਗਿਆ ਹੈ। ਹੁਣ ਇਸਲਾਮ ਮਤ ਸਿੱਖਾਂ ਦੀ ਵਾਰੀ ਆਈ ਹੈ। ਆਦ ਪੁਰਖ ਕੋ ਅੱਲੇ ਕੈ ਦੇਵਲ ਕਰ ਲਗਵਾਏ। ਆਦ ਪੁਰਖ ਹੁਣ ਪਰਮਾਤਮਾ ਨੂੰ ਆਦ ਪੁਰਖ ਦੀ ਥਾਂ ਤੇ ਅੱਲਾ ਅੱਲਾ ਕਹਿਣਾ ਸ਼ੁਰੂ ਕਰ ਦਿੱਤਾ, ਔਰ ਦੇਵਲ ਦੇਵਤਿਆਂ ਦੇ ਉੱਪਰ ਇਹਨਾਂ ਨੇ ਟੈਕਸ ਲਾ ਦਿੱਤਾ ਹੈ। ਕੂਜਾ ਬਾਂਗ ਨਿਵਾਜ ਕੀ ਰੀਤ ਚਲਾਨੀ ਔਰ ਜੋ ਪਰਮਾਤਮਾ ਦੀ ਸਿਮਰਨ ਦੀ ਇਹਨਾਂ ਨੇ ਹੁਣ ਹੋਰ ਰੀਤ ਚਲਾਈ ਹੈ। ਨਮਾਜ਼ਾਂ ਪੜ੍ਹਦੇ ਹਨ, ਹੋਰ ਰੀਤ ਸਹਿਤ ਇਹ ਸਾਰੇ ਕਰਮ ਧਰਮ ਕਰਦੇ ਹਨ। ਜੀਵਨ ਕੋ ਮੀਆਂ ਕਹੇ ਅਸ ਬੋਲੀ ਸਭ ਠੋਰ। ਔਰ ਐਸੀ ਬੋਲੀ ਹੁਣ ਇਹ ਮੀਆਂ ਜੀ ਕਹਿ ਕੇ ਪੁਕਾਰਦੇ ਹਨ। ਨਿਰੰਕਾਰ ਕਰਤਾਰ ਅਬ ਹੋਏ ਬੈਠਿਓ ਇਸੇ ਅੰਗ। ਨਿਰੰਕਾਰ ਪਰਿਪੂਰਨ ਪਰਮਾਤਮਾ ਹੁਣ ਇਹ ਆਪ ਦੇ ਹੱਥ ਹੈ। ਐਸੀ ਕੁਦਰਤ ਕਿਸ ਵਿਖੇ ਕਰ ਹਟਾਏ ਤੁਮ ਸੰਗ। ਇਹ ਪਰਿਪੂਰਨ ਪਰਮਾਤਮਾ ਜਿਵੇਂ ਆਪ ਜੀਆਂ ਨੂੰ ਪਾਉਂਦਾ ਹੈ ਸੰਸਾਰ ਵਿੱਚ ਵਾਪਰਨਾ, ਉਸੇ ਤਰ੍ਹਾਂ ਹੈ। ਕਿਸੇ ਵਿੱਚ ਕੋਈ ਤਾਕਤ ਨਹੀਂ ਵੀ ਆਪ ਜੀਆਂ ਦਾ ਹੱਥ ਪਕੜ ਕੇ ਕਹਿ ਦੇਵੇ ਵੀ ਪਾਤਸ਼ਾਹ ਏਦਾਂ ਨਹੀਂ ਏਦਾਂ ਕਰ। ਕਹਿੰਦੇ ਇੰਨੀ ਤਾਕਤ ਨਹੀਂ ਹੈ। ਮਿਲੇ ਦਿਹਾੜੀ ਮੋਏ ਕੋ ਚਲ ਆਇਓ ਤੁਮ ਪਾਸ। ਮੈਨੂੰ ਆਪ ਜੀਆਂ ਦੇ ਨਾਮ ਸਿਮਰਨ ਦੀ ਕੁਝ ਇੱਕ ਭਾਵ, ਉਹਦੇ ਵਿੱਚੋਂ ਕੁਝ ਇੱਕ ਗੁਣ ਦਿਹਾੜੀ ਮੈਨੂੰ ਮਿਲਣਾ ਕਰੇ। ਤੀਰਥ ਸਿਮਰਤ ਪੁੰਨ ਸਭ ਦਿਓ ਹਿੰਦਨ ਸੁਖ ਰਾਸ। ਔਰ ਉਹ ਹਿੰਦੂ ਲੋਕਾਂ ਨੂੰ ਭਾਵ ਜਿਹੜੇ ਤੀਰਥ ਸਿਮਰਤ ਵਾਲੇ ਪਾਸੇ ਜੁੜੇ ਹੋਏ ਹਨ, ਉਹਨਾਂ ਵਿੱਚੋਂ ਉਹਨਾਂ ਨੂੰ ਜਿਸ ਢੰਗ ਤਰੀਕੇ ਦੇ ਨਾਲ ਉਹ ਸਿਮਰਦੇ ਹਨ ਮਾਲਕ ਜੀ, ਉਹ ਉਸੇ ਤਰ੍ਹਾਂ ਸਿਮਰਨ। ਨਾਮ ਵਡਾਈ ਦੀਜੀਏ ਓ ਕੋ ਸ਼੍ਰੀ ਕਰਤਾਰ। ਹੇ ਪਰਿਪੂਰਨ ਪਰਮਾਤਮਾ, ਆਪ ਤੁਸੀਂ ਮੈਨੂੰ ਰਹਿਮਤ ਕਰਕੇ ਆਪਣੇ ਨਾਮ ਦੀ ਵਡਿਆਈ ਬਖਸ਼ੋ। ਹਿੰਦਨ ਕੋ ਥਿਰ ਧਰਮ ਹੋਏ ਕਾਰਜ ਯਹੀ ਹਮਾਰ। ਔਰ ਸੰਸਾਰ ਦੇ ਉੱਪਰ ਚੰਗਾ ਰਾਜ ਸਥਾਪਿਤ ਹੋਵੇ। ਇਸ ਪ੍ਰਕਾਰ ਕੋ ਸ਼ਬਦ ਸੁਨ ਮੱਕੇ ਬਾਸੀ ਲੋਕ। ਜਦੋਂ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਬਸੰਤ ਹਿੰਡੋਲ ਰਾਗ ਦੇ ਅੰਦਰ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਸ਼ਬਦ ਪੜ੍ਹਿਆ, ਤੇ ਜਿਤਨੇ ਵੀ ਉੱਥੇ ਲੋਕ ਸਨ, ਹਾਜੀ ਏ ਮਤਵਾਨ ਵੱਡ ਭਾਖੇ ਦਰਸ ਬਿਲੋਕ। ਇਹ ਵੱਡਾ ਹਾਜੀ, ਬੜਾ ਸਿਆਣਾ ਹਾਜੀ ਆਇਆ ਹੈ। ਜਦੋਂ ਉਹਨਾਂ ਲੋਕਾਂ ਨੇ ਪਾਵਨ ਇਹ ਮੁਬਾਰਕ ਸ਼ਬਦ ਸਰਵਣ ਕੀਤੇ ਮਹਾਰਾਜ ਜੀਆਂ ਦੀ ਰਸਨਾ ਤੋਂ, ਕੁਝ ਇੱਕ ਲੋਕ ਜਿਹੜੇ ਉਥੋਂ ਦੇ ਸਨ, ਉਹ ਅਤਿਅੰਤ ਸਤਿਗੁਰੂ ਜੀ ਤੋਂ ਪ੍ਰਭਾਵਿਤ ਹੋਏ। ਸੀਦਾ ਆਨ ਚੜਾਵਈ ਕੇਤਕ ਕਰੇ ਸਲਾਮ। ਉਹਨਾਂ ਨੇ ਆਣ ਕੇ ਸਿੱਧਾ ਆਣ ਚੜਾਵੀ, ਉਹ ਹੁਣ ਰਸਦਾਂ ਲੈ ਕੇ ਪਾਤਸ਼ਾਹ ਜੀ ਦੇ ਆਏ। ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਭੇਟਾਵਾਂ ਲੈ ਕੇ ਹਾਜ਼ਰ ਹੋਏ। ਵੈਸੇ ਸੁਜਸ ਬਖਾਨਈ ਹੈ ਬਿਲਾਸ ਗੁਣ ਤਾਮ। ਔਰ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਆਣ ਕੇ ਉਹਨਾਂ ਨੇ ਸਤਿਗੁਰੂ ਜੀਆਂ ਨੂੰ ਨਮਸਕਾਰ ਕੀਤੀ, ਔਰ ਆਪਣੀ ਰਸਨਾ ਤੋਂ ਲੱਗੇ ਕਹਿਣ ਕਿ ਇਹ ਵੱਡੇ ਗੁਣਾਂ ਦੀ ਖਾਣ ਸਾਡੇ ਕੋਲ ਇਹ ਆਏ ਹੋਏ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਸੰਗ ਉਸ ਥਾਂ ਤੇ ਬੈਠੇ ਹੋਏ ਪਾਤਸ਼ਾਹ ਜੀਆਂ ਨੇ ਬਸੰਤ ਹਿੰਡੋਲ ਰਾਗ ਦੇ ਅੰਦਰ
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਪ੍ਰਸੰਗ ਇਹ ਸ਼ਬਦ ਮਹਾਰਾਜ ਜੀਆਂ ਨੇ ਪੜ੍ਹਿਆ ਹੈ। ਇੱਥੇ ਹੀ ਅਧਿਆਇ ਸੰਪੰਨ ਹੋਇਆ ਹੈ। ਸਤਿਗੁਰੂ ਰਹਿਮਤਾਂ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਮਹਾਰਾਜ ਸਮਤ ਬਖਸ਼ਿਸ਼ ਕਰਨ। ਵਾਹਿਗੁਰੂ 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 ਹੇ ਅਚੁੱਤ ਹੈ